ਸਾਡਾ ਨੌਜਵਾਨ ਵਰਗ ਰੈਲੀਆਂ ਕੱਢ ਕੇ ਲੋਕਾਂ ਨੂੰ ਦੱਸ ਰਿਹਾ, ਉਥੋਂ ਦੀ ਕਮਿਊਨਿਟੀਜ਼ ਨੂੰ ਦੱਸ ਰਿਹਾ ਕਿ ਆਖਿਰਕਾਰ ਭਾਰਤ ਦੀ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਕਿਸ ਤਰੀਕੇ ਦਾ ਵਤੀਰਾ ਕਰ ਰਹੀ ਹੈ। ਚੰਗਾ ਤਾਂ ਇਹ ਸੀ ਜੇ ਪੁਰਾਣੇ ਦੰਦ ਪਹਿਲਾਂ ਹੀ ਖੱਟੇ ਕਰ ਦਿੱਤੇ ਜਾਂਦੇ ਤਾਂ ਨਵੇਂ ਵਾਲੇ ਪਾਸੇ ਨੂੰ ਨਹੀਂ ਸੀ ਤੁਰਨਾ। ਕਿਸਾਨਾਂ ਨੇ ਗੱਲਾਂ ਹੀ ਦੋ ਕਰਨੀਆਂ ਉਹਨਾਂ ਨਾਲ ਵੀ ਤੁਸੀਂ ਤਿਆਰ ਹੋ ਇਹਨਾਂ ਨੂੰ ਤਰਮੀਮ ਕਰਨ ਦੇ ਵਿੱਚ, ਯੈਸ ਔਰ ਨੋ। ਪੂਰੇ ਭਾਰਤ ਦੀ ਬੰਦ ਦੀ ਕਾਲ ਆ ਗਿਆ, ਪੂਰਾ ਭਾਰਤ ਬੰਦ ਰੱਖਿਆ ਜਾਵੇਗਾ। ਦਿੱਲੀ ਦੀਆਂ ਹੱਦਾਂ ਤੋਂ ਕਿਸਾਨਾਂ ਨੂੰ ਹਟਾਉਣ ਦੇ ਲਈ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ। ਉਹ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪਟੀਸ਼ਨ ਪਾਉਣ ਵੀ ਇਸ ਕਰੋਨਾ ਮਹਾਮਾਰੀ ਦੇ ਵਿੱਚ ਸਿਆਪਾ ਸੇੜਿਆ ਕਿਉਂ ਹੈ। ਇਹ ਨਿੱਜੀ ਖੇਤਰਾਂ ਨੂੰ ਪ੍ਰਫੁੱਲਤ ਕਰ ਰਹੇ ਹੋ ਤੇ ਸਰਕਾਰੀ ਸਿਸਟਮ ਆ ਜਿਹੜਾ ਉਹਦਾ ਬਿੜਾ ਗਰਕ ਕਰਨ ਵਾਲੇ ਪਾਸੇ ਤੁਰੇ ਵੀ ਹੋ। ਪੂਰੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ ਟੋਲ ਪਲਾਜ਼ੇ ਲੱਗੇ ਹੋਏ ਨੇ ਉੱਥੇ ਸਾਰੇ ਤੇ ਗੁਰਾਹੀ ਬੰਦ ਕਰਵਾਈ ਜਾਵੇਗੀ। ਜਿਵੇਂ ਕਿ ਪੰਜਾਬ ਦੇ ਵਿੱਚ ਹੋਇਆ ਸੀ ਕਿ ਟੋਲ ਪਲਾਜ਼ਾ ਤੇ ਅੱਜ ਵੀ ਕਿਸਾਨ ਬੈਠੇ ਹੋਏ ਨੇ, ਉੱਥੋਂ ਅੱਜ ਵੀ ਗੱਡੀਆਂ ਐਦਾਂ ਹੀ ਸਮੂਥਲੀ ਲੰਘ ਰਹੀਆਂ ਨੇ, ਉਹਨਾਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ। ਜਿਹੜੇ ਇਹ 3 ਕਾਨੂੰਨ ਪਾਸ ਹੋਏ ਨੇ ਤਾਂ ਹੋਏ ਨੇ ਕਿਸਾਨਾਂ ਦੀ ਇੱਕ ਚੌਥੀ ਮੰਗ ਹੋਰ ਵੀ ਹੈ ਕਿ ਜਿਹੜਾ ਬਿਜਲੀ ਕਾਨੂੰਨ 2020 ਹੈ ਉਹ ਵੀ ਰੱਦ ਕੀਤਾ ਜਾਵੇ, ਉਹ ਲਾਗੂ ਨਾ ਕੀਤਾ ਜਾਵੇ। ਕੰਗਨਾ ਰਣਾਵਤ ਤਾਂ ਢਿੱਲੋਂ ਸਾਹਿਬ ਕਾਫੀ ਦਿਨਾਂ ਦੇ ਵਿੱਚੋਂ ਸੁਰਖੀਆਂ ਦੇ ਵਿੱਚ ਹੈ ਕਿ ਉਸ ਵੱਲੋਂ ਤਾਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਬੜੇ ਵੱਡੇ ਜਿਹੜੇ ਟਵੀਟ ਨੇ ਉਹ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਧਰਨੇ ਦੇ ਖਿਲਾਫ। ਜਿਵੇਂ ਕੋਈ ਨਵਾਂ ਮੁਸਲਮਾਨ ਬਣਿਆ ਹੋਵੇ ਨਾ, ਉਹ ਕਹਿੰਦੇ ਵੀ ਨਵਾਜ਼ਾਂ ਵੱਧ ਪੜਦਾ ਹੁੰਦਾ। ਇਹ ਬੀਬੀ ਨਵਾਂ ਬੀਜੇਪੀ ਨੂੰ ਆਪਣਾ ਪਤਾ ਨਹੀਂ ਕੀ ਦੱਸਣਾ ਚਾਹੁੰਦੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਹ ਐਲਾਨ ਕੀਤਾ ਕਿ 7 ਤਰੀਕ ਨੂੰ ਇੱਕ ਸਮਾਗਮ ਕਰਵਾਇਆ ਜਾਵੇਗਾ ਜਿਸ ਦੇ ਵਿੱਚ ਜਿਹੜੇ ਵੀ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਵਾਰਿਸਾਂ ਨੂੰ 1-1 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਵੇਗਾ। ਢਿੱਲੋਂ ਸਾਹਿਬ ਭਾਸ਼ਾ ਵਿਭਾਗ ਵੱਲੋਂ ਜਿਨ੍ਹਾਂ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਸੀਗਾ, ਵੱਖ-ਵੱਖ ਕੈਟਾਗਰੀ ਦੇ ਅਧੀਨ ਸਾਰਿਆਂ ਨੂੰ ਸੁਨੇਹੇ ਭੇਜੇ ਗਏ ਕਿ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਤਾਂ ਹਰਭਜਨ ਮਾਨ ਨੇ ਉਸ ਦੇ ਲਈ ਨਾ ਕਰ ਦਿੱਤਾ ਹੈ। ਈਵਨ ਬਾਦਲ ਸਾਹਿਬ ਤੋਂ ਵੀ ਹਮਾਇਤ ਕਰਾਈ ਗਈ ਕਿ ਕਾਕਾ ਇਹ ਤਾਂ ਬਿਲੇ ਬਹੁਤ ਵਧੀਆ ਨੇ, ਇਹਦੇ ਨਾਲ ਕਿਸਾਨਾਂ ਦੀ ਕਾਇਆ ਕਲਪ ਹੋ ਜਾਣੀ ਆ। ਹੁਣ ਅੱਜ ਜਿਹੜਾ ਉਹਨਾਂ ਨੇ ਵਾਪਸ ਕੀਤਾ ਤਾਂ ਇਹ ਉਹਨਾਂ ਦੀ ਸਿਆਸੀ ਮਜਬੂਰੀ ਸੀ। ਤੇ ਅਕਾਲੀ ਦਲ ਨੂੰ ਇਹ ਲੱਗਦਾ ਕਿ ਜੇ ਕੈਪਟਨ ਅਮਰਿੰਦਰ ਭਾਜਪਾ ਤੱਕ ਪਹੁੰਚ ਕਰਦੇ ਨੇ ਤਾਂ ਅਸੀਂ ਵੀ ਇੱਥੋਂ ਐਲਾਨ ਕਰ ਦਿੰਦੇ ਹਾਂ, ਸ਼ਾਇਦ ਲੋਕਾਂ ਨੂੰ ਭਰਮਾਇਆ ਜਾ ਰਿਹਾ, ਕਿਉਂਕਿ ਸਾਰੀਆਂ ਪਾਰਟੀਆਂ 2022 ਦੀਆਂ ਚੋਣਾਂ ਦੇ ਲਈ ਵੀ ਆਪਣੀ ਰਣਨੀਤੀ ਜਿਹੜੀ ਉਹ ਤਿਆਰ ਕਰ ਰਹੀਆਂ ਨੇ। ਅਵਾਰਡ ਵਾਪਸ ਕਰਨ ਦੇ ਮਾਮਲੇ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਵਿਅੰਗ ਕੱਸਿਆ। ਉਹਨਾਂ ਨੇ ਕਿਹਾ ਹੈ ਕਿ ਪਤਾ ਨਹੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਅਵਾਰਡ ਹੈ ਜਿਹੜਾ ਉਹ ਕਿਉਂ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਭ ਦਾ ਬਹੁਤ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਵਾਰ ਸਤਵਾ। ਇਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਹੈ ਹਫ਼ਤੇ ਦੇ ਵਿੱਚ ਇੱਕ ਦਿਨ ਅਸੀਂ ਲੈ ਕੇ ਆਉਂਦੇ ਹਾਂ ਪੂਰੇ ਹਫ਼ਤੇ ਭਰ ਦੀਆਂ ਖਬਰਾਂ ਇਸ ਪ੍ਰੋਗਰਾਮ ਦੇ ਵਿੱਚ ਤੇ ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ, ਜਿਸ ਦੇ ਲਈ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜਸਪਾਲ ਸਿੰਘ ਢਿੱਲੋਂ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਤੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਢਿੱਲੋਂ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ ਸੀਨੀਅਰ ਪੱਤਰਕਾਰ ਨੇ, ਬਿਊਰੋ ਚੀਫ ਨੇ, ਹਰ ਖਬਰ ਤੇ ਤਿੱਖੀ ਨਜ਼ਰ ਰੱਖਦੇ ਨੇ, ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੰਦੇ ਨੇ ਤੇ ਇਸ ਪ੍ਰੋਗਰਾਮ ਦਾ ਅਹਿਮ ਹਿੱਸਾ ਨੇ, ਕਿਉਂਕਿ ਹਰ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਹਰ ਵਾਰ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਵੀ ਰਹਿੰਦੇ ਨੇ। ਤਾਂ ਅੱਜ ਦੀਆਂ ਜਿਹੜੀਆਂ ਖਬਰਾਂ ਨੇ ਉਹ ਬਹੁਤ ਹੀ ਜ਼ਿਆਦਾ ਅਹਿਮ ਨੇ, ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਹੁਣ ਕਿਸਾਨ ਪਿਛਲੇ 8 ਦਿਨਾਂ ਤੋਂ ਦਿੱਲੀ ਦੇ ਵਿੱਚ ਡੇਰੇ ਲਾਈ ਬੈਠੇ ਨੇ। ਬੇਸ਼ੱਕ ਕੇਂਦਰ ਸਰਕਾਰ ਦੇ ਨਾਲ ਕਈ ਮੀਟਿੰਗਾਂ ਹੋਈਆਂ ਪਰ ਉਹ ਸਾਰੀਆਂ ਮੀਟਿੰਗਾਂ ਬੇਸਿੱਟਾ ਨਿਕਲੀਆਂ, ਕਿਉਂਕਿ ਕੇਂਦਰ ਸਰਕਾਰ ਕਿਸੇ ਵੀ ਗੱਲ ਤੇ ਟਸ ਤੋਂ ਮਸ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ। ਇਸ ਦੇ ਲਈ ਕਿਸਾਨ ਆਗੂਆਂ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਜਿੰਨਾ ਸਮਾਂ ਜਿਹੜੀ ਕੇਂਦਰ ਸਰਕਾਰ ਹੈ ਉਹ ਸਾਡੀਆਂ ਗੱਲਾਂ ਨੂੰ ਪ੍ਰਵਾਨ ਨਹੀਂ ਕਰੇਗੀ, ਇਹਨਾਂ ਬਿੱਲਾਂ ਨੂੰ ਵਾਪਸ ਨਹੀਂ ਲਵੇਗੀ, ਉਹਨਾਂ ਸਮਾਂ ਅਸੀਂ ਆਪਣਾ ਅੰਦੋਲਨ ਖਤਮ ਨਹੀਂ ਕਰਾਂਗੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਸਾਨੂੰ ਕੇਂਦਰ ਸਰਕਾਰ ਬਿੱਲਾਂ ਦੇ ਵਿੱਚ ਸੋਧ ਦੀ ਗੱਲ ਨਾ ਕਰੇ, ਉਹ ਬਿੱਲ ਵਾਪਸ ਲੈਣ ਦੀ ਗੱਲ ਕਰੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਇਹ ਗੱਲ ਵੀ ਕਹੀ ਗਈ ਸੀ ਕਿ ਜਿਹੜੇ ਵੀ ਬਿੱਲ ਨੇ ਉਹਨਾਂ ਦੇ ਵਿੱਚ ਸੋਧ ਦਾ ਕੰਮ ਕੀਤਾ ਜਾਵੇਗਾ, ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਸੋਧ ਨਹੀਂ ਕਰਾਉਣੀ, ਅਸੀਂ ਇਹ ਬਿੱਲ ਨੇ ਜਿਹੜੇ ਉਹ ਵਾਪਸ ਭੇਜਣੇ ਨੇ। ਸੋ ਇਹ ਸੰਘਰਸ਼
ਲਗਾਤਾਰ ਜਾਰੀ ਹੈ ਤੇ ਵੱਡਾ ਕਾਫਲਾ ਪੂਰੇ ਦੇਸ਼ ਭਰ ਤੋਂ ਕਿਸਾਨਾਂ ਦਾ ਦਿੱਲੀ ਵਿਖੇ ਪਹੁੰਚਿਆ ਹੋਇਆ ਹੈ। ਹਰ ਸੂਬੇ ਤੋਂ ਕਿਸਾਨ ਨੇ ਜਿਹੜੇ ਉੱਥੇ ਪਹੁੰਚ ਰਹੇ ਨੇ ਤੇ ਇਸ ਦੇ ਨਾਲ ਹੀ ਜੇ ਗੱਲ ਕਰੀਏ ਵਿਦੇਸ਼ਾਂ ਦੀ ਤਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਹਰ ਥਾਂ ਤੋਂ ਸਾਡੀ ਕੋਲ ਖਬਰਾਂ ਪਹੁੰਚ ਰਹੀਆਂ ਨੇ ਕਿ ਉੱਥੇ ਸਾਡੇ ਯੂਥ ਵੱਲੋਂ ਵੱਡੀਆਂ ਕਾਰ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਤੇ ਪਿੱਛੇ ਜਿਹੇ ਹੀ ਨਿਊਯਾਰਕ ਦੇ ਵਿੱਚ ਵੀ 2 ਥਾਵਾਂ ਤੇ ਕਾਰ ਰੈਲੀਆਂ ਕੱਢੀਆਂ ਗਈਆਂ ਜਿਸ ਦੇ ਵਿੱਚ ਜਿਹੜੇ ਨੌਜਵਾਨ ਵਰਗ ਹੈ ਜਿਸ ਦੇ ਵਿੱਚ ਮੁੰਡੇ ਕੁੜੀਆਂ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਬੈਨਰ ਚੱਕੇ ਹੋਏ ਨੇ ਤੇ ਉਹ ਲਗਾਤਾਰ ਭਾਰਤ ਦੀ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਨਜ਼ਰ ਆਏ। ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ, ਉਹਨਾਂ ਦੇ ਮਨਾਂ ਦੇ ਵਿੱਚ ਦੁੱਖ ਹੈ, ਉਹਨਾਂ ਕਿਸਾਨਾਂ ਦੇ ਲਈ ਰੋਸ ਹੈ ਕੇਂਦਰ ਸਰਕਾਰ ਤੇ ਨਹੀਂ ਕਿ ਕੇਂਦਰ ਸਰਕਾਰ ਭਾਰਤ ਦੇ ਵਿੱਚ ਕਿਸਾਨਾਂ ਦੇ ਨਾਲ ਕੀ ਕਰ ਰਹੀ ਹੈ। ਇਹ ਸਾਰਾ ਕੁਝ ਆਪਾਂ ਕਹਿ ਸਕਦੇ ਹਾਂ ਕਿ ਦੁਨੀਆ ਤੇ ਵੀ ਰੰਗ ਦਿਖਾ ਰਿਹਾ ਹੈ। ਪੂਰੀ ਦੁਨੀਆ ਦੇ ਵਿੱਚ ਇਹ ਘਮਾਸਾਨ ਮਚਿਆ ਹੋਇਆ, ਪੂਰੀ ਦੁਨੀਆ ਦੇ ਲੋਕਾਂ ਨੂੰ ਪਤਾ ਲੱਗ ਰਿਹਾ ਹੈ। ਸਾਡਾ ਨੌਜਵਾਨ ਵਰਗ ਰੈਲੀਆਂ ਕੱਢ ਕੇ ਲੋਕਾਂ ਨੂੰ ਦੱਸ ਰਿਹਾ ਹੈ, ਉਥੋਂ ਦੀ ਕਮਿਊਨਿਟੀਜ਼ ਨੂੰ ਦੱਸ ਰਿਹਾ ਕਿ ਆਖਿਰਕਾਰ ਭਾਰਤ ਦੀ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਕਿਸ ਤਰੀਕੇ ਦਾ ਵਤੀਰਾ ਕਰ ਰਹੀ ਹੈ, ਕਿਸ ਤਰੀਕੇ ਨਾਲ ਉਹਨਾਂ ਤੇ ਜਿਹੜੇ ਬਿੱਲ ਨੇ ਉਹ ਥੋਪੇ ਜਾ ਰਹੇ ਨੇ ਜਿਨ੍ਹਾਂ ਨੂੰ ਵਾਪਸ ਮੋੜਨ ਦੇ ਲਈ ਸਾਡੇ ਸਾਰੇ ਕਿਸਾਨ ਦਿੱਲੀ ਦੇ ਵਿੱਚ ਇੱਕ ਮਿਕ ਹੋ ਗਏ ਨੇ। ਤੇ ਸਭ ਤੋਂ ਵੱਡੀ ਗੱਲ ਇਹ ਕਿ ਕਿਸਾਨਾਂ ਨੇ 8 ਤਰੀਕ ਨੂੰ ਪੂਰੇ ਭਾਰਤ ਬੰਦ ਦਾ ਸੱਦਾ ਵੀ ਦਿੱਤਾ। ਇਸ ਪੂਰੇ ਮਾਮਲੇ ਤੇ ਅਸੀਂ ਬਣਾਂਗੇ ਢਿੱਲੋਂ ਸਾਹਿਬ ਦੇ ਨਾਲ। ਢਿੱਲੋਂ ਸਾਹਿਬ ਤੁਹਾਡਾ ਕੀ ਕਹਿਣਾ? ਦੇਖੋ ਨਵਦੀਪ, ਇਹ ਬੜੇ ਲੰਬੇ ਸਮੇਂ ਤੋਂ ਮੈਂ ਇਹ ਸਮਝਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ 8 ਦਸੰਬਰ 2016 ਨੂੰ ਨੋਟਬੰਦੀ ਦਾ ਐਲਾਨ ਕਰ ਦਿੱਤਾ ਜੀ। ਜੇ ਉਸੇ ਵੇਲੇ ਦੇਸ਼ ਦੀ ਜਨਤਾ ਜਾਗ ਕੇ ਇਸ ਨੋਟਬੰਦੀ ਦੇ ਵਿਰੋਧ 'ਚ ਖੜ ਜਾਂਦੀ ਤਾਂ ਇਹ ਸਰਕਾਰ ਇੱਥੋਂ ਤੱਕ ਨਹੀਂ ਪਹੁੰਚਦੀ ਸੀ। ਸਰਕਾਰ ਦਾ ਮੂੰਹ ਖੁੱਲਿਆ, ਉਹਨੇ ਇੱਕ ਤੋਂ ਬਾਅਦ ਇੱਕ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ। ਅਖੀਰ ਉਹਨਾਂ ਨੇ ਜਾ ਕੇ ਜਿਹੜਾ ਕਿਸਾਨ ਹੈ ਇਹਨਾਂ ਦੇ ਨਾਲ ਪੰਗਾ ਲੈ ਲਿਆ। ਇਹ 3 ਆਰਡੀਨੈਂਸ ਬਣਾਏ ਗਏ। 3 ਆਰਡੀਨੈਂਸ ਕੇਂਦਰੀ ਮੰਤਰੀ ਮੰਡਲ ਦੇ ਵਿੱਚ 4 ਜੂਨ ਨੂੰ ਪਾਸ ਕਰਾਏ। ਜਦੋਂ ਇਹ ਆਰਡੀਨੈਂਸ ਬਣਾਏ ਜਾ ਰਹੇ ਸੀ ਤਾਂ ਉਸ ਵੇਲੇ ਕਿਸਾਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਚੰਗਾ ਤਾਂ ਇਹ ਸੀ ਜੇ ਪੁਰਾਣੇ ਦੰਦ ਪਹਿਲਾਂ ਹੀ ਖੱਟੇ ਕਰ ਦਿੱਤੇ ਜਾਂਦੇ ਤਾਂ ਨਵੇਂ ਵਾਲੇ ਪਾਸੇ ਨੂੰ ਨਹੀਂ ਸੀ ਤੁਰਨਾ। ਚਲੋ ਜੇ ਨਵਾਂ ਕਾਨੂੰਨ ਲੈ ਵੀ ਆਂਦਾ, ਅੱਜ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਕਿ ਮੈਂ ਕਿਸਾਨਾਂ ਦੀ ਕਾਇਆ ਕਲਪ ਕਰਨ ਵਾਸਤੇ ਇਹ ਕਾਨੂੰਨ ਲਿਆਂਦੇ ਨੇ। ਜਿਨ੍ਹਾਂ ਦੇ ਉੱਤੇ ਇਹ ਕਾਨੂੰਨ ਲਾਗੂ ਹੋ ਰਹੇ ਨੇ ਉਹ ਦੇਸ਼ ਦਾ ਅੰਨਦਾਤਾ ਇਹ ਗੱਲ ਕਹਿੰਦਾ ਕਿ ਸਾਨੂੰ ਇਹਨਾਂ ਕਾਨੂੰਨਾਂ ਦੀ ਲੋੜ ਨਹੀਂ, ਜੋ ਸਿਸਟਮ ਪਹਿਲਾਂ ਚੱਲਦਾ ਉਹਨੂੰ ਚੱਲੀ ਜਾਣ ਦਿਓ। ਮੀਟਿੰਗਾਂ ਦਾ ਕੰਮ ਪਹਿਲਾਂ 2 ਮਹੀਨੇ ਪੰਜਾਬ ਦੀਆਂ ਰੇਲਾਂ, ਪੰਜਾਬ ਦੀਆਂ ਸੜਕਾਂ ਨੂੰ ਜਾਮ ਕਰਕੇ ਰੱਖਿਆ ਦੇਸ਼ ਦੇ ਕਿਸਾਨਾਂ ਨੇ। ਉਦੋਂ ਇਹਨਾਂ ਦੇ ਕੰਨ 'ਤੇ ਜੂੰ ਨਾ ਸਰਕੀ। ਜੇ 2 ਮਹੀਨਿਆਂ ਦੇ ਵਿੱਚ ਇਹ ਬੈਠਕਾਂ ਕਰਕੇ ਕੰਮ ਨਿਬੇੜ ਲਿਆ ਜਾਂਦਾ ਤਾਂ ਹੁਣ ਤੱਕ ਇਹ ਕਦੋਂ ਦਾ ਮਸਲਾ ਹੱਲ ਹੋ ਜਾਣਾ ਸੀ। ਪਹਿਲਾਂ ਇਹ ਮਸਲਾ ਸਿਰਫ ਤੇ ਸਿਰਫ ਇੱਕ ਰਾਜ ਦਾ ਬਣ ਕੇ ਰਹਿ ਗਿਆ ਵੀ ਜਿਵੇਂ ਇਹਦਾ ਨੁਕਸਾਨ ਸਿਰਫ ਤੇ ਸਿਰਫ ਪੰਜਾਬ ਨੂੰ ਹੋ ਰਿਹਾ ਹੈ। ਜਿਸ ਵੇਲੇ ਇਹ ਅੰਦੋਲਨ ਪੰਜਾਬ ਦੀ ਧਰਤੀ ਤੋਂ ਬਾਅਦ ਦਿੱਲੀ ਦੀਆਂ ਹੱਦਾਂ ਤੱਕ ਪਹੁੰਚਿਆ, ਚਾਰੇ ਪਾਸਿਓਂ ਦਿੱਲੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤਾਂ ਕੇਂਦਰ ਸਰਕਾਰ ਵਾਲਿਆਂ ਦੀ ਥੋੜ੍ਹੀ ਬਹੁਤੀ ਜਾਗ ਖੁੱਲੀ ਕਿ ਇਹ ਤਾਂ ਠੀਕ ਹੈਗਾ, ਜਿਹੜੀ ਗੱਲ ਹੈ ਇਹਨਾਂ ਦੇ ਨਾਲ ਕੀਤੀ ਜਾਵੇ। ਪਹਿਲਾਂ ਕਿਸਾਨਾਂ ਦੇ ਨਾਲ ਜਿਹੜੀ ਗੱਲ ਕੀਤੀ ਉਹ ਅਧੀਨ ਸਕੱਤਰ ਪੱਧਰ ਜਾਂ ਸਕੱਤਰ ਪੱਧਰ ਦੇ ਅਧਿਕਾਰੀਆਂ ਨੇ ਕੀਤੀ, ਉਹਦਾ ਕੋਈ ਸਿੱਟਾ ਨਾ ਨਿਕਲਿਆ। ਉਸ ਤੋਂ ਬਾਅਦ ਇਹ ਗੱਲਬਾਤ ਵਿੱਚ ਇਹਨਾਂ ਨੇ ਮੰਤਰੀ ਆਉਣੇ ਸ਼ਾਮਲ ਹੋ ਗਏ, ਜਿਹਦੇ ਵਿੱਚ ਪਿਊਸ਼ ਗੋਇਲ ਰੇਲ ਮੰਤਰੀ, ਨਰਿੰਦਰ ਤੋਮਰ ਖੇਤੀ ਮੰਤਰੀ, ਵਣਜ ਰਾਜ ਮੰਤਰੀ ਸੋਮ ਪ੍ਰਕਾਸ਼। ਇਹ ਲੋਕ ਕਿਸਾਨਾਂ ਦੇ ਨਾਲ ਬੈਠਕ ਕਰਨ ਲੱਗੇ। ਹੁਣ ਪਹਿਲਾਂ ਤਾਂ ਇਹਨਾਂ ਨੇ ਜ਼ੋਰ ਦਿੱਤਾ ਕਿ ਕਿਸਾਨਾਂ ਨੂੰ ਸਮਝਾਇਆ ਕਿ ਦੇਖੋ ਇਹ ਬਿੱਲ ਕਿਵੇਂ ਤੁਹਾਡੇ ਹੱਕ ਦੇ ਵਿੱਚ ਨੇ। ਜਿਹੜੀਆਂ ਗੱਲਾਂ ਕਿਸਾਨ ਉਠਾਉਂਦੇ ਨੇ, ਜਿਹੜੇ ਖਦਸ਼ੇ ਕਿਸਾਨ ਉਠਾਉਂਦੇ ਨੇ, ਉਹਦੇ ਵੱਲ ਪਿੱਠ ਕਰਕੇ ਇਹ ਆਪਣੀਆਂ ਗੱਲਾਂ ਨੂੰ ਬਾਰ-ਬਾਰ ਇਹਨਾਂ ਨੇ ਆਖਿਆ ਕਿ ਨਹੀਂ ਤੁਸੀਂ ਅਣਜਾਣ ਹੋ, ਮੰਨੋ। ਸੋ ਹੱਲ ਕੀ ਹੋਇਆ ਕਿ ਜਦੋਂ ਕਿਸਾਨਾਂ ਦੇ ਨਾਲ ਗੱਲਬਾਤ ਜਾਰੀ ਹੋਈ, ਜਿਹੜੀ ਪਿਛਲੀ ਗੱਲ ਹੋਈ ਆ ਪਰਸੋਂ 3 ਤਰੀਕ ਨੂੰ, ਉਹ 3 ਤਰੀਕ ਦੀ ਬੈਠਕ ਦੇ ਵਿੱਚ ਕਿਸਾਨਾਂ ਨੇ ਆਖਿਆ ਕਿ ਇਹਨਾਂ ਨੇ ਜਿਹੜੀਆਂ ਗੱਲਾਂ ਰੱਖੀਆਂ, ਪਹਿਲਾਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਓਬਜੈਕਸ਼ਨ ਕਿਹੜੀ ਗੱਲ ਤੇ ਆ।
ਤੁਸੀਂ ਕਿਹੜੀ ਗੱਲ ਦਾ ਇਤਰਾਜ਼ ਕਰਦੇ ਹੋ, ਸਾਨੂੰ ਉਹਦੇ ਬਾਰੇ ਜਾਣੂ ਕਰਾਇਆ ਜਾਵੇ। ਕਿਸਾਨਾਂ ਨੇ ਉਹ ਜਾਣੂ ਕਰਾਏ। ਜੀ। ਉਸ ਤੋਂ ਬਾਅਦ ਕਈ ਨੁਕਤਿਆਂ ਦੇ ਉੱਤੇ ਇਹਨਾਂ ਨੇ ਮੰਨਿਆ ਕਿ ਹਾਂ ਸਾਤੋਂ ਇਹ ਗਲਤੀ ਹੋਈ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਫਿਰ ਜੇ ਨਹੀਂ ਹੋਣਾ ਚਾਹੀਦਾ ਸੀ ਇਹਦਾ ਮਤਲਬ ਆ ਕੋਈ ਨਾ ਕੋਈ ਨੁਕਤਾ ਤਾਂ ਉੱਠਿਆ। ਤੁਸੀਂ ਕਰਦੇ ਕਿਰਪਾ ਤੇ ਪਹਿਲਾਂ ਗੱਲਬਾਤ ਕਰ ਲੈਂਦੇ। ਇਹਨੂੰ ਪਾਸ ਕਰਾਉਣ ਵਾਸਤੇ ਇਸ ਕਰੋਨਾ ਮਹਾਮਾਰੀ ਦੇ ਵਿੱਚ ਕਿਹੜੀ ਆਫਤ ਆਈ ਸੀ ਜਿਹਦੇ ਕਰਕੇ ਤੁਹਾਨੂੰ ਇਹ ਜਿਹੜੇ ਹੈ ਕਾਨੂੰਨ ਹੈ ਉਹ ਪਾਸ ਕਰਾਉਣੇ ਪੈ ਗਏ। ਚਲੋ ਕਿਸਾਨਾਂ ਦੇ ਨਾਲ ਗੱਲਬਾਤ ਹੋਈ। ਕਿਸਾਨਾਂ ਨੇ ਜਦੋਂ ਨੁਕਤਿਆਂ ਦੇ ਉੱਤੇ ਗੱਲ ਰੱਖੀ ਤਾਂ ਪਿਛਲੀ ਮੀਟਿੰਗ ਦੇ ਵਿੱਚ ਇਹ ਕੁਝ ਗੱਲਾਂ 'ਤੇ ਸਹਿਮਤ ਹੋ ਗਏ ਕਿ ਅਸੀਂ ਕੁਝ ਤਰਮੀਮਾਂ ਕਰਨ ਵਾਸਤੇ ਤਿਆਰ ਆ। ਆਪਾਂ ਇਹਦੇ ਵਿੱਚ ਤਰਮੀਮਾਂ ਕਰ ਦਿੰਦੇ ਹਾਂ। ਪਹਿਲੀ ਤਰਮੀਮ, ਇੱਕ ਤਾਂ ਜਿਹੜੀ ਕਿਸਾਨਾਂ ਨੇ ਕਿਹਾ, ਇਹਨਾਂ ਨੇ ਪਹਿਲਾਂ ਲਿਖਿਆ ਸੀ ਕਿ SDM ਦੀ ਅਦਾਲਤ ਤੱਕ ਹੀ ਸੀਮਤ ਰਹੇਗਾ, ਇਸ ਤੋਂ ਅੱਗੇ ਕਿਸਾਨ ਨਹੀਂ ਜਾ ਸਕੇਗਾ। ਉਹਦੇ 'ਤੇ ਆ ਗਏ ਕਿ ਠੀਕ ਹੈ ਜੀ, ਅਸੀਂ ਇਹਦੇ ਵਿੱਚ ਤਰਮੀਮ ਕਰ ਦਿੰਦੇ ਹਾਂ ਕਿ ਕਿਸਾਨ ਨੂੰ ਜੇ ਕੋਈ ਨੁਕਸਾਨ ਹੁੰਦਾ ਤਾਂ ਉਹ SDM ਨਹੀਂ, ਜਿਹੜੀਆਂ ਸਾਡੀਆਂ ਨਿਆਇਕ ਪ੍ਰਣਾਲੀ ਹੈ, ਅਦਾਲਤਾਂ ਨੇ, ਉਹਨਾਂ ਵਿੱਚ ਵੀ ਜਾ ਸਕਦਾ ਹੈ। ਉਸ ਤੋਂ ਬਾਅਦ ਇੱਕ ਹੋਰ ਗੱਲ ਜਿਹੜੀ ਇਹਨਾਂ ਨੇ ਇਹਦੇ ਵਿੱਚ ਹੀ ਘਸੋੜੀ ਕਿ ਜੇ ਪ੍ਰਦੂਸ਼ਣ ਪੈਦਾ ਹੁੰਦਾ ਹੈ ਤਾਂ ਪ੍ਰਦੂਸ਼ਣ ਦੇ ਮਾਮਲੇ ਦੇ ਵਿੱਚ, ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਕਿਸਾਨਾਂ 'ਤੇ 1 ਕਰੋੜ ਦਾ ਜੁਰਮਾਨਾ ਔਰ 5 ਸਾਲ ਦੀ ਕੈਦ। ਇਸ ਤਰਮੀਮ ਨੂੰ ਵੀ ਕਰਨ ਵਾਸਤੇ ਆ ਗਏ। ਉਹਦਾ ਇੱਕ ਤਰਕ ਹੈ, ਅੱਜ ਪਰਾਲੀ ਜਿਹੜੀ ਸੜਨੀ ਸੀ ਉਹ ਸੜ ਚੁੱਕੀ ਹੈ। ਪਰਾਲੀ ਨਹੀਂ, 15 ਨਵੰਬਰ ਤੋਂ ਬਾਅਦ ਪਰਾਲੀ ਨਹੀਂ ਸਾੜੀ ਜਾਂਦੀ। ਅੱਜ ਵੀ ਦਿੱਲੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ 383 ਦੇ ਲਗਭਗ ਤੁਰਿਆ ਫਿਰਦਾ ਹੈ। ਨੋਇਡਾ 416। ਹੁਣ ਤਾਂ ਪਰਾਲੀ ਕਿਤੇ ਵੀ ਅੱਗ ਨਹੀਂ ਲਾਈ ਜਾਈ ਜਾ ਰਹੀ। ਇਹਦੇ ਬਾਵਜੂਦ ਵੀ ਜੇ 416 383 ਹੈ, ਹਰਿਆਣੇ ਦੇ ਬਹੁਤ ਸਾਰੇ ਖੇਤਰਾਂ ਦਾ 300 ਪਲੱਸ 383 350 ਤੋਂ ਉੱਪਰ ਚੱਲ ਰਿਹਾ ਹੈ। ਪੰਜਾਬ ਦੇ ਵੀ 2 ਸ਼ਹਿਰ ਅੰਮ੍ਰਿਤਸਰ ਤੇ ਲੁਧਿਆਣਾ ਅਜਿਹੇ ਨੇ ਜਿੱਥੇ ਇਹ 300 ਦੇ ਲਗਭਗ ਹੈਗਾ। ਸੋ ਮੇਰੇ ਕਹਿਣ ਦਾ ਮਤਲਬ ਇਹਦੇ ਵਿੱਚ ਵੀ ਉਹ ਤਰਮੀਮ ਕਰਨ ਨੂੰ ਮੰਨ ਗਏ ਵੀ ਚਲੋ ਅਸੀਂ ਇਹਦੇ ਵਿੱਚ ਵੀ ਤਰਮੀਮ ਕਰ ਦਿੰਦੇ ਹਾਂ ਕਿ ਜੇ ਜਿਹੜੀ ਇਹ ਪਰਾਲੀ ਵਾਲੀ ਸਾੜਨ ਵਾਲਾ ਮਾਮਲਾ ਹੈਗਾ ਇਹਨੂੰ ਤਰਮੀਮ ਕਰਕੇ ਤੁਹਾਡੇ ਨਾਲ ਰਾਏ ਕਰਕੇ ਉਹਦੇ ਸੋਧ ਲੈਂਦੇ ਹਾਂ। ਇਹ ਤਰਮੀਮ ਕਰਨ ਵਾਸਤੇ ਵੀ ਆ ਗਏ। ਜ਼ਖੀਰੇਬਾਜ਼ੀ ਵਾਲੇ ਮਾਮਲੇ ਦੇ ਵਿੱਚ ਵੀ ਆ ਗਏ ਵੀ ਜ਼ਖੀਰੇਬਾਜ਼ੀ ਵਾਲਾ ਮਾਮਲਾ ਵੀ ਸਭ ਤੋਂ ਗਲਤ ਹੋਇਆ ਹੈਗਾ, ਉਹਨੂੰ ਵੀ ਸੋਧ ਕਰਨ ਵਾਸਤੇ ਤਿਆਰ ਨੇ। ਹੁਣ ਗੱਲ ਕਿੱਥੇ ਖੜੀ ਹੈ? ਉਹ ਕਹਿੰਦੇ ਆ ਵੀ ਅਸੀਂ ਪਹਿਲਾਂ ਤਾਂ ਜਿਹੜੇ ਕਹਿੰਦੇ ਸੀ ਵੀ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ। ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅਸੀਂ ਤਾਂ ਇਹ ਲਾਗੂ ਕਰਤੇ ਸੋ ਕਰਤੇ, ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਤਰਮੀਮਾਂ ਕਰਨ ਵਾਸਤੇ ਤਾਂ ਤੁਰੇ ਨੇ ਨਾ, ਪਰ ਦੂਜੇ ਪਾਸੇ ਕਿਸਾਨਾਂ ਨੇ 2 ਟੁੱਕ ਗੱਲ ਕੀਤੀ ਹੈ ਕਿ ਸਾਨੂੰ ਇਹ ਕਾਨੂੰਨ ਮਨਜ਼ੂਰ ਨਹੀਂ, ਇਹਨਾਂ ਨੂੰ ਰੱਦ ਕਰੋ। ਇਹਨਾਂ ਨੂੰ ਰੱਦ ਕਰਕੇ ਤੇ ਜੋ ਸਿਸਟਮ ਪੁਰਾਣਾ ਚੱਲਦਾ ਉਹਦੇ 'ਤੇ ਕੀਤਾ ਜਾਵੇ। ਅੱਜ ਜਿਹੜੀ ਬੈਠਕ ਹੋਣੀ ਹੈ ਨਵਦੀਪ, ਉਹ ਆਰ ਪਾਰ ਦੀ ਬੈਠਕ ਹੋਣੀ ਹੈ। ਕਿਸਾਨਾਂ ਨੇ ਗੱਲਾਂ ਹੀ 2 ਕਰਨੀਆਂ ਉਹਨਾਂ ਨਾਲ ਵੀ ਤੁਸੀਂ ਤਿਆਰ ਹੋ ਇਹਨਾਂ ਨੂੰ ਤਰਮੀਮ ਕਰਨ ਦੇ ਵਿੱਚ, ਯੈਸ ਔਰ ਨੋ। ਜੇ ਨਹੀਂ ਤਾਂ ਉਹਨਾਂ ਨੇ ਨਾਲੋਂ ਨਾਲ ਇਹਦਾ ਸੰਘਰਸ਼ ਦਾ ਐਲਾਨ ਕਰਤਾ। ਅੱਜ ਸਰਮਾਏਦਾਰਾਂ ਦੇ ਪੁਤਲੇ ਸਾੜੇ ਜਾਣੇ ਨੇ ਸਾਰੇ ਹਿੰਦੁਸਤਾਨ ਦੇ ਵਿੱਚ। 8 ਤਰੀਕ ਨੂੰ ਪੂਰੇ ਭਾਰਤ ਦੀ ਬੰਦ ਦੀ ਕਾਲ ਆ ਗਿਆ। ਪੂਰਾ ਭਾਰਤ ਬੰਦ ਰੱਖਿਆ ਜਾਵੇਗਾ ਜੀ, ਇਹ ਦੂਜੀ ਕਾਲ ਆ ਗਈ ਹੈ। ਤੀਜਾ, ਜਿੰਨੇ ਟਰਾਂਸਪੋਰਟਰ ਨੇ, ਹੋਰ ਨੇ, ਵੱਖ-ਵੱਖ ਕਿਸਮ ਦੇ ਜਿਹੜੇ ਜਥੇਬੰਦੀਆਂ ਨੇ, ਉਹਨਾਂ ਨੇ ਵੀ ਇੱਕ ਅਲਟੀਮੇਟਮ ਦੇਤਾ ਕਿ ਇਦੋਂ ਪਹਿਲਾਂ ਤੁਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿਓ, ਨਹੀਂ ਫਿਰ ਅਸੀਂ ਇਸ ਸੰਘਰਸ਼ ਦੇ ਵਿੱਚ ਕੁੱਦਾਂਗੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਸੰਘਰਸ਼ ਹੈ ਜਿਹਦੇ ਵਿੱਚ ਹਰ ਵਰਗ ਆਪਣਾ ਯੋਗਦਾਨ ਪਾ ਰਿਹਾ ਹੈ, ਵਿੱਤ ਮੁਤਾਬਕ ਜਾ ਰਿਹਾ ਹੈ। ਔਰ ਅੱਜ ਜਿਹੜੀ ਬੈਠਕ ਹੈ ਉਹ 2 ਵਜੇ ਹੋਣੀ ਹੈ। ਇਸ ਬੈਠਕ ਦੇ ਵਿੱਚੋਂ ਕੀ ਨਿਕਲਦਾ ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਮੈਨੂੰ ਲੱਗਦਾ ਕਿ ਅੱਜ ਤੋਂ ਬਾਅਦ ਬੈਠਕ ਨਹੀਂ ਹੋਣੀ। ਜੋ ਕੁਝ ਕੇਂਦਰ ਵੱਲ, ਜਾਂ ਜੇ ਕੇਂਦਰ ਵਾਲੇ ਰੱਦ ਕਰਨ ਵਾਲੇ ਪਾਸੇ ਨੂੰ ਤੁਰਦੇ ਨੇ ਵੀ ਆਪਾਂ ਕੋਈ ਕਮੇਟੀ ਬਣਾ ਲਓ, ਉਹ ਪਹਿਲਾਂ ਹੀ ਉਹ ਰੱਦ ਕਰ ਚੁੱਕੇ ਨੇ। ਅੱਜ ਦੀ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ, ਨਹੀਂ ਤਾਂ ਫਿਰ ਸੰਘਰਸ਼ ਹੈ ਜਿਹੜਾ ਇਹ ਹੋਰ ਤੇਜ਼ ਹੋਵੇਗਾ। ਇਹ ਸੰਘਰਸ਼ ਦੇ ਵਿੱਚ ਇਸ ਵੇਲੇ ਪੰਜਾਬ ਦਾ ਕਿਸਾਨ ਇਕੱਲਾ ਨਹੀਂ। ਮਹਿੰਦਰ ਸਿੰਘ ਟਕੈਤ ਹੁੰਦੇ ਸੀਗੇ ਯੂਪੀ ਤੋਂ, ਕਿਸਾਨਾਂ ਦੇ ਆਗੂ, ਉਹਨਾਂ ਦਾ ਜਿਹੜੇ ਪਰਿਵਾਰ ਦੇ ਵਿੱਚੋਂ ਆ ਰਕੇਸ਼ ਟਕੈਤ, ਉਹ ਵੀ ਯੂਪੀ ਬਾਰਡਰ 'ਤੇ ਆ ਗਏ ਨੇ। ਅੱਜ ਉਸੇ ਰਕੇਸ਼ ਟਕੈਤ ਨੇ ਜਦੋਂ 2013 ਦੇ ਵਿੱਚ ਸੰਘਰਸ਼ ਕੀਤਾ ਸੀ ਜੰਤਰ ਮੰਤਰ 'ਤੇ, ਤਾਂ ਉਸ ਵੇਲੇ ਜਿਹੜੇ ਮੌਜੂਦਾ ਡਿਫੈਂਸ ਮਿਨਿਸਟਰ ਨੇ ਸਾਡੇ, ਪਹਿਲਾਂ ਹੋਮ ਮਿਨਿਸਟਰ ਹੁੰਦੇ ਸੀ ਰਾਜਨਾਥ ਸਿੰਘ, ਇਹਨਾਂ ਨੇ ਉੱਥੇ ਜਾ ਕੇ ਭਾਸ਼ਣ ਦਿੱਤਾ ਸੀ ਕਿ ਦੇਖੋ ਪ੍ਰਧਾਨ ਮੰਤਰੀ ਦੇ ਬਿਲਕੁਲ ਨਜ਼ਦੀਕ ਕਿਸਾਨ ਸੰਘਰਸ਼ ਕਰ ਰਹੇ ਨੇ।
ਕਿਸਾਨਾਂ ਦੇ ਸਿਰ ਤੇ ਜੂੰ ਨਹੀਂ ਸਕਣ ਤੇ ਜੂੰ ਨਹੀਂ ਸਰਕਦੀ ਇਹਨਾਂ ਦੇ ਪ੍ਰਧਾਨ ਮੰਤਰੀ ਦੇ। ਮੈਨੂੰ ਪਤਾ ਹੁੰਦਾ ਮੈਂ ਪਹਿਲਾਂ ਆ ਜਾਂਦਾ, ਮੈਂ ਹੁਣ ਵੀ ਆ ਗਿਆ। ਤਾਂ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨੇ, ਇਸ ਨੂੰ ਮੰਨਣਾ ਚਾਹੀਦਾ। ਅੱਜ ਉਹਨਾਂ ਦੀ ਆਵਾਜ਼ ਨਹੀਂ ਨਿਕਲਦੀ, ਉਹ ਖੁਦ ਉੱਪਰਲੇ ਪਾਸੇ ਬੈਠੇ ਨੇ, ਉਹ ਆਪਦੇ ਨਾਲਦਿਆਂ ਨੂੰ ਸਮਝਾ ਨਹੀਂ ਰਹੇ। ਸੋ ਮੇਰੇ ਕਹਿਣ ਦਾ ਮਤਲਬ ਕਿ ਇਹ ਸੰਘਰਸ਼ ਜੇ ਅੱਜ ਦੋ ਟੁੱਕ ਗੱਲ ਦੇ ਵਿੱਚ ਨਾ ਨਿਬੜਿਆ ਤਾਂ ਇਹ ਸੰਘਰਸ਼ ਹੋਰ ਤੇਜ਼ ਹੋਵੇਗਾ। ਔਰ ਵੱਖ-ਵੱਖ ਖੇਤਰਾਂ ਤੋਂ ਕਿਸਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ, ਇੱਕ ਮੈਡਮ ਕਵਿਤਾ ਹੈਗੇ ਨੇ, ਉਹ ਕਰਨਾਟਕਾ ਤੋਂ ਚੱਲੇ ਤਕਰੀਬਨ 2200 ਕਿਲੋਮੀਟਰ 4 ਦਿਨਾਂ 'ਚ ਤੈਅ ਕਰਕੇ ਉਹ ਵੀ ਕਿਸਾਨੀ ਸੰਘਰਸ਼ ਦੇ ਵਿੱਚ ਪਹੁੰਚ ਗਏ ਨੇ। ਹੁਣ ਇਹ ਕਿਸਾਨੀ ਸੰਘਰਸ਼ ਹੈ, ਇਹਨਾਂ ਨੇ ਆਪਣਾ ਜ਼ੋਰ ਲਾ ਕੇ ਦੇਖ ਲਿਆ, ਇਹਨੂੰ ਫਿਰਕਿਆਂ 'ਚ ਵੰਡ ਕੇ ਦੇਖ ਲਿਆ, ਇਹਨੂੰ ਖਾਲਿਸਤਾਨੀ ਲਹਿਰ ਕਹਿ ਕੇ ਦੇਖ ਲਿਆ, ਇਹਨੂੰ ਹੋਰ ਬੜਾ ਕੁਝ ਕਹਿ ਕੇ ਦੇਖ ਲਿਆ। ਜਦੋਂ ਉਹ ਸਾਰਾ ਕੁਝ ਫੇਲ ਹੋ ਗਿਆ ਤਾਂ ਹੁਣ ਜਦੋਂ ਤੇ ਦੂਜਾ ਇਸ ਦੇ ਵਿੱਚ ਜਿਹੜਾ ਕਾਫਲਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਦੂਜੇ ਰਾਜਾਂ ਦੇ ਵਿੱਚੋਂ ਵੀ ਕਿਸਾਨ ਇਹ ਹੁਣ ਇਕੱਲਾ ਨਹੀਂ ਰਿਹਾ, ਇਹ ਕੌਮੀ ਦੀ ਥਾਂ ਤੇ ਕੌਮਾਂਤਰੀ ਬਣ ਗਿਆ। ਤੁਸੀਂ ਉਹ ਗੱਲ ਕੀਤੀ ਹੈ ਕਿ ਇਸ ਵੇਲੇ ਭਾਵੇਂ ਉਹ ਫਰਾਂਸ ਹੈ, ਇੰਗਲੈਂਡ ਹੈ, ਅਮਰੀਕਾ ਹੈ, ਕੈਨੇਡਾ ਹੈ, ਕਿੰਨੇ ਹੀ ਮੁਲਕਾਂ ਦੇ ਵਿੱਚੋਂ ਕਿਸਾਨਾਂ ਦੇ ਇਸ ਸੰਘਰਸ਼ ਦੀ ਹਮਾਇਤ ਵਾਸਤੇ ਕੌਮੀ ਲੀਡਰ ਹੈ, ਜਿਹੜੇ ਅੰਤਰਰਾਸ਼ਟਰੀ ਲੀਡਰ ਨੇ, ਉਹ ਵੀ ਉੱਠ ਖੜੇ ਨੇ। ਹੁਣ ਦੇਖੋ ਅੱਜ ਜਿਹੜੀ 2 ਵਜੇ ਬੈਠਕ ਹੋਣੀ ਆ ਉਹ 'ਚੋਂ ਕੀ ਨਿਕਲਦਾ। ਇਹ ਬੈਠਕ ਤੈਅ ਕਰੇਗੀ ਕਿ ਇਹ ਸੰਘਰਸ਼ ਖਤਮ ਹੁੰਦਾ ਹੈ ਜਾਂ ਇਹ ਸੰਘਰਸ਼ ਫਿਰ ਅੱਗੇ ਜਾਂਦਾ ਹੈ। ਜੀ ਬਿਲਕੁਲ। ਤੇ ਵੈਸੇ ਤਾਂ ਸਭ ਨੂੰ ਪਤਾ ਹੀ ਹੈ ਕਿ ਤਕਰੀਬਨ 11 ਵਜੇ ਸਾਰੇ ਕਿਸਾਨ ਆਗੂਆਂ ਦੀ ਆਪਸ ਦੇ ਵਿੱਚ ਮੀਟਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਕੇਂਦਰ ਸਰਕਾਰ ਦੇ ਨਾਲ ਜੇਕਰ ਮੀਟਿੰਗ ਹੁੰਦੀ ਹੈ ਤੇ ਉਸ ਬਾਬਤ ਗੱਲਬਾਤ ਹੁੰਦੀ ਆ। ਤੇ ਅੱਜ ਵੀ ਮੀਟਿੰਗ ਹੋਣੀ ਆ, ਮੀਟਿੰਗ ਦੇ ਵਿੱਚ ਕਈ ਗੱਲਾਂ ਬਾਤਾਂ ਹੋਣਗੀਆਂ। ਤਾਂ ਵੈਸੇ ਤਾਂ ਸਾਡੇ ਜਿਹੜੇ ਕਿਸਾਨ ਆਗੂ ਨੇ ਜਾਂ ਫਿਰ ਉੱਥੇ ਬੈਠੇ ਹੋਏ ਕਿਸਾਨ ਨੇ, ਉਹ ਪਹਿਲੇ ਕਿਆਸ ਰਾਈਆਂ ਲਾ ਰਹੀਆਂ ਨੇ ਕਿ ਬਾਕੀ 4 ਮੀਟਿੰਗਾਂ ਦੀ ਤਰ੍ਹਾਂ ਇਹ ਮੀਟਿੰਗ ਵੀ ਬੇਸਿੱਟਾ ਹੀ ਰਹੇਗੀ। ਤਾਂ ਹੁਣ ਕੀ ਬਣਦਾ ਹੈ ਇਹ ਤਾਂ ਜੀ ਮੀਟਿੰਗ ਤੋਂ ਬਾਅਦ ਹੀ ਪਤਾ ਚੱਲੇਗਾ, ਕਿਉਂਕਿ ਲਗਾਤਾਰ ਅਸੀਂ ਆਪਣੇ ਟੀਵੀ ਚੈਨਲ ਦੇ ਜ਼ਰੀਏ, ਆਪਣੇ ਯੂਟਿਊਬ ਦੇ ਜ਼ਰੀਏ, ਆਪਣੇ ਫੇਸਬੁੱਕ ਦੇ ਜ਼ਰੀਏ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਉਂਦੇ ਰਹਿੰਦੇ ਹਾਂ, ਸਾਰੀ ਜਾਣਕਾਰੀ ਮੁਹੱਈਆ ਕਰਵਾਉਂਦੇ ਰਹਿੰਦੇ ਹਾਂ। ਤੇ ਹੁਣ ਜਿਹੜੀ ਅਹਿਮ ਖਬਰ ਹੈ ਉਹ ਇੱਕ ਇਹ ਵੀ ਹੈ ਕਿ ਦਿੱਲੀ ਦੀਆਂ ਹੱਦਾਂ ਤੋਂ ਕਿਸਾਨਾਂ ਨੂੰ ਹਟਾਉਣ ਦੇ ਲਈ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਇਹ ਗੱਲ ਕਹੀ ਹੈ ਕਿ ਕੋਵਿਡ-19 ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਹੈ, ਕਿਉਂਕਿ ਕਿਸਾਨ ਨੇ ਜਿਹੜੇ ਉਹਨਾਂ ਨੇ ਸਾਰੀ ਦਿੱਲੀ ਘੇਰੀ ਹੋਈ ਹੈ। ਹੱਦਾਂ ਦੇ ਜਿਹੜੇ ਕਿਸਾਨ ਬੈਠੇ ਹੋਏ ਨੇ, ਇਸ ਦੇ ਲਈ ਜਿਹੜਾ ਕਰੋਨਾ ਮਹਾਮਾਰੀ ਦਾ ਕਹਿਰ ਹੈ ਉਹ ਹੋਰ ਜ਼ਿਆਦਾ ਵੱਧ ਸਕਦਾ ਹੈ। ਇਸ ਦੇ ਲਈ ਉਹਨਾਂ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਢਿੱਲੋਂ ਸਾਹਿਬ ਪਟੀਸ਼ਨ ਦਾਇਰ ਕੀਤੀ ਗਈ ਹੈ। ਇੱਕ ਨਵੀਂ ਚਾਲ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਚਾਲ ਖੇਡੀ ਜਾ ਰਹੀ ਹੈ। ਨਹੀਂ, ਜਿਸ ਸੱਜਣ ਨੇ ਇਹ ਪਟੀਸ਼ਨ ਪਾਈ ਹੈ, ਜਦੋਂ ਬਿਹਾਰ ਦੀਆਂ ਚੋਣਾਂ ਚੱਲਦੀਆਂ ਸੀ, ਆ ਹੁਣ ਮਹਾਰਾਸ਼ਟਰ ਹੈਦਰਾਬਾਦ ਦੇ ਵਿੱਚ ਨਗਰ ਕੌਂਸਲ ਚੋਣਾਂ ਹੋਈਆਂ ਨੇ, ਕੀ ਉੱਥੇ ਇਤਿਹਾਤ ਵਰਤਿਆ ਜਾ ਰਿਹਾ? ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਬਿਹਾਰ ਚੋਣਾਂ ਤੋਂ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕਰ ਰਿਹਾ ਸੀ, ਉਸ ਵੇਲੇ ਕਿਹੜਾ ਇਤਿਹਾਤ ਵਰਤਿਆ ਗਿਆ ਜਿਹੜਾ ਅੱਜ ਕਿਸਾਨਾਂ ਤੇ ਤੁਹਾਨੂੰ ਲਾਗੂ ਹੁੰਦਾ ਨਜ਼ਰ ਆ ਰਿਹਾ ਹੈਗਾ? ਕਿਸਾਨ ਪਹਿਲਾਂ ਜਿਨ੍ਹਾਂ ਨੇ ਇਹ ਪਟੀਸ਼ਨ ਪਾਈ ਹੈ, ਉਹ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪਟੀਸ਼ਨ ਪਾਉਣ ਵੀ ਇਸ ਕਰੋਨਾ ਮਹਾਮਾਰੀ ਦੇ ਵਿੱਚ ਇਹ ਸਿਆਪਾ ਸੇੜਿਆ ਕਿਉਂ ਹੈ, ਇਹ ਕਿਉਂ ਸ਼ੁਰੂਆਤ ਕੀਤੀ ਹੈਗੀ? ਉਹਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਅਸਲ ਚੋਰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਵੀ ਜਿਨ੍ਹਾਂ ਨੇ ਇਹ ਸਾਰਾ ਸਿਆਪਾ ਖੜਾ ਕੀਤਾ ਹੈਗਾ ਉਹਨਾਂ ਦੇ ਉੱਤੇ ਪਟੀਸ਼ਨ ਕਿਉਂ ਨਾ ਹੋਵੇ, ਉਹਨਾਂ ਦਾ ਪੱਖ ਕਿਉਂ ਨਾ ਜਾਣਿਆ ਜਾਵੇ? ਕਿਸਾਨ ਆਪਦਾ ਜਦੋਂ ਗਲ ਘੁੱਟਦਾ ਉਹਦਾ, ਉਹ ਉਸ ਵੇਲੇ ਇਸ ਪਾਸੇ ਵੱਲ ਜਾਂਦਾ ਹੈਗਾ। ਇਹ ਸਥਿਤੀ ਪੈਦਾ ਕਿਉਂ ਹੋਣ ਦਿੱਤੀ ਗਈ? ਅੱਜ 2 ਮਹੀਨੇ ਤੋਂ ਜ਼ਿਆਦਾ ਸਮਾਂ, 70 ਦਿਨ ਦੇ ਲਗਭਗ ਹੋ ਗਏ ਨੇ, ਪੰਜਾਬ ਦਾ ਕਿਸਾਨ ਧਰਤੀ ਤੇ ਸੀ। ਹੁਣ 10 ਦਿਨਾਂ ਤੋਂ ਪੂਰੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ ਉਹ ਸੰਘਰਸ਼ ਦੇ ਰੂਪ ਦੇ ਵਿੱਚ ਕਾਫਲੇ ਬੰਨ ਕੇ ਦਿੱਲੀ ਦੇ ਆਲੇ ਦੁਆਲੇ ਆ ਗਿਆ। ਉਹਨਾਂ ਵਿਰੁੱਧ ਕਾਰਵਾਈ ਕਿਉਂ ਨਾ ਕੀਤੀ ਜਾਵੇ ਜਿਨ੍ਹਾਂ ਨੇ ਇੱਕ ਵੇਲੇ ਲਿਆ ਕੇ ਇਹ ਜਿਹੜਾ ਕਾਨੂੰਨ, ਇਹ ਸਿਆਪਾ ਸਾਰਾ ਖੜਾ ਕੀਤਾ ਹੈਗਾ? ਚੰਗਾ ਹੁੰਦਾ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਇਹਨੂੰ ਰੋਕ ਲਿਆ ਜਾਂਦਾ। ਮੈਨੂੰ ਲੱਗਦਾ ਕਿਸੇ ਹੱਦ ਤੱਕ ਹੁਣ ਵੀ ਇਹੀ ਹੋਵੇਗਾ ਕਿ ਹਾਲ ਦੀ ਘੜੀ ਇਸ ਜਿਹੜੇ ਕਾਨੂੰਨ ਇਹਨਾਂ ਨੇ ਬਣਾਏ ਨੇ ਉਹਨੂੰ ਲਾਗੂ ਕਰਨ ਦੇ ਵਿੱਚ ਡੈਫਰ ਕੀਤਾ ਜਾਏਗਾ। ਹੋ ਸਕਦਾ 6 ਮਹੀਨਿਆਂ ਵਾਸਤੇ ਅੱਗੇ ਕਰ ਦਿੱਤਾ ਜਾਵੇ, ਜਾਂ 3 ਮਹੀਨਿਆਂ ਵਾਸਤੇ ਅੱਗੇ ਕਰ ਦਿੱਤਾ ਜਾਵੇ, ਜਾਂ ਸਾਲ ਵਾਸਤੇ ਅੱਗੇ ਕਰ ਦਿੱਤਾ ਜਾਵੇ। ਵੀ ਚਲੋ ਅਸੀਂ ਇਹਨੂੰ ਲਾਗੂ ਨਹੀਂ ਕਰਦੇ, ਆਓ ਆਪਾਂ ਬਹਿ ਕੇ ਇਹਦੇ ਵਿੱਚ ਜਿਹੜੀਆਂ ਕੋਈ ਸੋਧਾਂ ਨੇ ਉਹ ਕਰੀਏ। ਸੋਧਿਆ ਹੋਇਆ ਚੌਥਾ ਆਰਡੀਨੈਂਸ ਲਿਆ ਕੇ ਉਹ ਪਾਸ ਕਰ ਦਿੱਤਾ ਜਾਵੇਗਾ। ਹਾਂ, ਕਿਉਂਕਿ ਉਹ ਘੱਟੋ ਘੱਟ ਸਮਰਥਨ ਮੁੱਲ ਤੇ ਵੀ ਆ ਗਏ ਨੇ। ਸਮਰਥਨ ਮੁੱਲ ਹੈ ਕਿੰਨੀਆਂ ਕੁ ਫਸਲਾਂ ਦੇ ਨੇ? ਕਿਸਾਨ ਨਾਲ ਇਹ ਵੀ ਕਹਿੰਦੇ ਨੇ ਕਿ ਜਿਹੜਾ ਸਮਰਥਨ ਮੁੱਲ ਹੈ ਨਾ,
ਉਹ ਬਾਕੀ ਫਸਲਾਂ ਤੇ ਵੀ ਲਾਗੂ ਕੀਤਾ ਜਾਵੇ। ਜੀ ਕੱਲਾ ਕਣਕ ਝੋਨੇ ਤੇ ਕਿਉਂ? ਅੱਜ ਦੂਜੇ ਰਾਜਾਂ ਦੇ ਵਿੱਚ ਇਹ ਸਮਰਥਨ ਮੁੱਲ ਹੈ ਨਹੀਂ। ਜੇ ਸਮਰਥਨ ਮੁੱਲ ਉੱਥੇ ਹੋਵੇ ਤਾਂ ਉਹਨਾਂ ਦੀ ਫਸਲ ਵੀ ਵੱਧ ਭਾਅ ਤੇ ਵਿਕਦੀ ਹੈ। ਕਿਸਾਨ ਇਹ ਵੀ ਛੱਡਣ ਨੂੰ ਤਿਆਰ ਨੇ। ਕਿਸਾਨ ਕਹਿੰਦੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿਓ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਲਾਗਤ ਤੇ 50% ਮੁਨਾਫਾ ਦੇਣਾ। ਤੁਸੀਂ 50 ਨਾ ਦਿਓ, ਕਈ ਕਿਸਾਨ ਆਗੂਆਂ ਨਾਲ ਗੱਲ ਹੋਈ ਆ, ਉਹ ਕਹਿੰਦੇ 25 ਵੀ ਦੇ ਦਿਓ, ਤੁਹਾਡੀਆਂ ਸਾਰੀਆਂ ਸਬਸਿਡੀਆਂ ਛੱਡਣ ਨੂੰ ਅਸੀਂ ਤਿਆਰ ਹਾਂ। ਕਿਸਾਨ ਨੂੰ ਉਸ ਦੀ ਲਾਗਤ ਮੁੱਲ ਜਿਹੜੀ ਹੁੰਦੀ ਆ ਅਸਲ, ਤੁਹਾਡੇ ਕਾਗਜ਼ਾਂ ਪੱਤਰਾਂ ਵਾਲੀ ਨਹੀਂ, ਅਸਲ ਲਾਗਤ ਮੁੱਲ ਜਿਹੜੀ ਹੁੰਦੀ ਹੈ ਉਹਦੇ ਮੁਤਾਬਕ ਉਹਨਾਂ ਨੂੰ ਮੁਨਾਫਾ ਦੇ ਦਿਓ 25% ਦਾ। ਕਿਸਾਨ ਤੁਹਾਡੇ ਸਾਰੀਆਂ ਰਿਆਤਾਂ ਛੱਡ ਦੇਣਗੇ ਤੇ ਖੁਸ਼ੀ-ਖੁਸ਼ੀ ਭੰਗੜੇ ਪਾਉਂਦੇ ਆਪਣੇ ਘਰਾਂ ਨੂੰ ਆ ਜਾਣਗੇ। ਤੁਸੀਂ ਚੰਦ ਘਰਾਣਿਆਂ ਨੂੰ ਲੁਟਾਉਣ ਵਾਸਤੇ ਤਾਂ ਸਾਰਾ ਰੇਲਵੇ ਦੇ ਵਿੱਚ ਤੁਸੀਂ ਕੀ ਕੀਤਾ, ਤੁਸੀਂ ਟੈਲੀਕਾਮ ਦੇ ਵਿੱਚ ਕੀ ਕੀਤਾ, ਤੁਸੀਂ ਹੋਰ ਖੇਤਰਾਂ ਦੇ ਵਿੱਚ ਕਿਵੇਂ ਇਹ ਨਿੱਜੀ ਖੇਤਰਾਂ ਨੂੰ ਪ੍ਰਫੁੱਲਤ ਕਰ ਰਹੇ ਹੋ ਤੇ ਸਰਕਾਰੀ ਸਿਸਟਮ ਆ ਜਿਹੜਾ ਉਹਦਾ ਬਿੜਾ ਗਰਕ ਕਰਨ ਵਾਲੇ ਪਾਸੇ ਤੁਰੇ ਵੀ ਹੋ। ਚੰਗਾ ਇਹ ਹੁੰਦਾ ਕਿ ਪਹਿਲਾਂ ਇਹਦੇ ਤੇ ਗੱਲ ਕੀਤੀ ਜਾਂਦੀ, ਜਦੋਂ ਸਾਰੀਆਂ ਤਰ੍ਹਾਂ ਪ੍ਰਵਾਨ ਕਰ ਲੈਂਦੀਆਂ ਉਸ ਵੇਲੇ ਇਹਨੂੰ ਮਨਾਇਆ ਜਾਂਦਾ। ਇਹ ਕਵੇਲੇ ਦੇ ਵੇਲੇ ਦੇ ਰਾਹ, ਕਵੇਲੇ ਦੀਆਂ ਟੱਕਰਾਂ ਨੇ ਜਿਹੜੀਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਮਰਵਾਈਆਂ ਇਸ ਕਰੋਨਾ ਮਹਾਮਾਰੀ ਦੇ ਵਿੱਚ। ਚੰਗਾ ਸੀ ਕਿ ਇਹਨੂੰ ਆਪਾਂ ਨਿਕਲ ਜਾਂਦੇ, ਬਾਅਦ ਦੇ ਵਿੱਚ ਬਿੱਲ ਬੈਠ ਕੇ ਇਹ ਤੇ ਕੋਈ ਸਾਂਝਾ ਰਸਤਾ ਕੱਢ ਕੇ ਇਹਨੂੰ ਲਾਗੂ ਕੀਤਾ ਜਾਂਦਾ। ਮੈਨੂੰ ਲੱਗਦਾ ਹੈ ਕੁਝ ਸੂਤਰਾਂ ਦੀ ਜਾਣਕਾਰੀ ਤੋਂ ਕਿ ਹਾਲ ਦੀ ਘੜੀ ਇਹੋ ਹੀ ਹੋਵੇਗਾ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਕੁਝ ਸਮੇਂ ਲਈ ਰੋਕ ਕੇ ਅੱਗੇ ਪਾ ਦਿੰਦੇ ਹਾਂ। ਇਹਦੀ ਲਾਗੂ ਕਰਨ ਦੀ ਮਿਆਦ ਹੈ, ਅੱਗੇ ਵਧਾ ਦਿੱਤੀ ਜਾਵੇਗੀ ਔਰ ਕਿਸਾਨਾਂ ਦੇ ਨਾਲ ਗੱਲਬਾਤ ਐਸੇ ਤਰ੍ਹਾਂ ਜਾਰੀ ਰੱਖੀ ਜਾਵੇ। ਜੀ ਬਿਲਕੁਲ, ਤੇ ਇਸ ਲਈ ਵਾਰ-ਵਾਰ ਇਹੀ ਗੱਲ ਕਹਿ ਰਹੇ ਹਾਂ ਕਿ ਚੰਗਾ ਹੋਵੇ ਕਿ ਹਲੇ ਵੀ ਕੁਝ ਵਿਗੜਿਆ ਨਹੀਂ ਹੈ। ਜੇਕਰ ਕੇਂਦਰ ਸਰਕਾਰ ਨੂੰ ਹੁਣੇ ਥੋੜਾ ਬਹੁਤ ਪਤਾ ਲੱਗ ਜਾਵੇ ਕਿ ਉਹ ਇਹਨਾਂ ਕਾਨੂੰਨਾਂ ਨੂੰ, ਇਹਨਾਂ ਬਿੱਲਾਂ ਨੂੰ ਵਾਪਸ ਲੈ ਲਵੇ ਤਾਂ ਚੰਗੀ ਗੱਲ ਹੋਵੇਗੀ, ਕਿਉਂਕਿ ਸੰਘਰਸ਼ ਬਹੁਤ ਲੰਬਾ ਚੱਲਣਾ, ਬਹੁਤ ਕੁਝ ਹਲੇ ਹੋਣਾ ਬਾਕੀ ਹੈ। ਕਿਉਂਕਿ ਅੱਜ ਕਿਸਾਨਾਂ ਨੇ ਜਿਹੜਾ 8 ਤਰੀਕ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਤਾਂ ਸਾਰੇ ਲੋਕ ਉਹਨਾਂ ਦੀ ਹਿਮਾਇਤ ਕਰਨਗੇ, ਸਾਰੇ ਲੋਕ ਉਹਨਾਂ ਦੀ ਹਿਮਾਇਤ ਦੇ ਵਿੱਚ ਉੱਥੇ ਕਿਉਂਕਿ ਪਹੁੰਚ ਵੀ ਰਹੇ ਨੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਪੂਰੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਵੀ ਟੋਲ ਪਲਾਜ਼ੇ ਲੱਗੇ ਹੋਏ ਨੇ ਉੱਥੇ ਸਾਰੇ ਤੇ ਗੁਰਾਹੀ ਬੰਦ ਕਰਵਾਈ ਜਾਵੇਗੀ। ਜਿਵੇਂ ਕਿ ਪੰਜਾਬ ਦੇ ਵਿੱਚ ਹੋਇਆ ਸੀ ਕਿ ਟੋਲ ਪਲਾਜ਼ਾ ਤੇ ਅੱਜ ਵੀ ਕਿਸਾਨ ਬੈਠੇ ਹੋਏ ਨੇ, ਉੱਥੋਂ ਅੱਜ ਵੀ ਗੱਡੀਆਂ ਇੱਦਾਂ ਹੀ ਸਮੂਥਲੀ ਲੰਘ ਰਹੀਆਂ ਨੇ, ਉਹਨਾਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ। ਸੇਮ ਐਜ਼ ਉਹੀ ਚੀਜ਼ ਪੂਰੇ ਭਾਰਤ ਦੇ ਵਿੱਚ ਲਾਗੂ ਕੀਤੀ ਜਾਵੇਗੀ। ਸੋ ਬਹੁਤ ਵੱਡਾ ਸੰਘਰਸ਼ ਹੈ ਕਿਸਾਨਾਂ ਦਾ। ਸਮੇਂ ਦੀਆਂ ਸਰਕਾਰਾਂ ਨੇ ਆਮ ਲੋਕਾਂ ਨੂੰ ਹਰ ਪੱਖੋਂ ਲੁੱਟਿਆ, ਉਹ ਭਾਵੇਂ GST ਹੋਵੇ, ਉਹ ਭਾਵੇਂ ਕੋਈ ਹੋਰ ਗੱਲਾਂ ਹੋਣ, ਉਹ ਭਾਵੇਂ ਨੋਟਬੰਦੀ ਹੋਵੇ, ਹਰ ਵਕਤ ਆਮ ਲੋਕਾਂ ਤੇ ਮਾਰ ਪਈ। ਪਰ ਹੁਣ ਤਾਂ ਕਿਸਾਨਾਂ ਨੂੰ ਹੀ ਮਾਰਨਾ ਸ਼ੁਰੂ ਕਰਤਾ। ਕਿਸਾਨਾਂ ਦੀਆਂ ਜ਼ਮੀਨਾਂ ਹੜਪਣ ਦੀਆਂ ਹੀ ਗੱਲਾਂ ਹੋ ਗਈਆਂ, ਕਿਸਾਨਾਂ ਦੀਆਂ ਫਸਲਾਂ ਮਾਰਨ ਦੀਆਂ ਹੀ ਗੱਲਾਂ ਹੋ ਗਈਆਂ। ਸਿਰਫ ਤੇ ਸਿਰਫ ਗੱਲ ਰਹਿ ਗਈ ਕੋਆਪਰੇਟਿਵ ਘਰਾਣਿਆਂ ਦੀ, ਕਿਉਂਕਿ ਹਵਾਈ ਅੱਡੇ ਵੇਚ ਦਿੱਤੇ ਗਏ ਨੇ। ਢਿੱਲੋਂ ਸਾਹਿਬ, ਤੁਸੀਂ ਉਹੀ ਗੱਲ ਕੀਤੀ ਗਈ ਹੈ ਕਿ BSNL ਵੇਚ ਦਿੱਤਾ ਗਿਆ, ਬਿਜਲੀ ਮਹਿਕਮੇ ਨੇ ਜਿਹੜੇ ਉਹ ਸਰਕਾਰੀ ਤੋਂ ਪ੍ਰਾਈਵੇਟ ਕਰ ਦਿੱਤੇ ਗਏ ਨੇ। ਹਰੇਕ ਚੀਜ਼ ਹੈ ਜਿਹੜੀ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦਿੱਤੀ ਜਾ ਰਹੀ ਹੈ, ਜਿਸ ਦੇ ਨਾਲ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਉਹ ਭਾਰਤ ਦਾ ਹੋ ਰਿਹਾ, ਜਿਸ ਦੀ ਸਿੱਧੀ ਦੋਸ਼ੀ ਕੇਂਦਰ ਸਰਕਾਰ ਹੈ। ਤੇ ਅਸੀਂ ਕਹਾਂਗੇ ਕਿ ਇਸ ਵਕਤ ਨਰਿੰਦਰ ਮੋਦੀ ਦੀਆਂ ਜਿਹੜੀਆਂ ਇਹ ਨੀਤੀਆਂ ਨੇ ਉਹ ਸਰਾਸਰ ਗਲਤ ਨੇ, ਕਿਉਂਕਿ ਆਮ ਲੋਕਾਂ ਦੀ ਬਿਲਕੁਲ ਵੀ ਸੁਣੀ ਨਹੀਂ ਜਾਂਦੀ। ਤੇ ਜਦੋਂ ਉਹ ਮਨ ਕੀ ਬਾਤ ਕਰਦੇ ਨੇ ਤਾਂ ਉਹ ਇੱਕੋ ਡਾਇਲੋਗ ਮਾਰਦੇ ਨੇ ਕਿ ਮੈਂ ਤਾਂ ਜੀ ਆਮ ਲੋਕਾਂ ਦੀ ਹੀ ਗੱਲ ਕਰ ਦਾਂਗਾ, ਕਿਉਂਕਿ ਮੈਂ ਵੀ ਆਪਣਾ ਸਫ਼ਰ ਹੈ ਜਿਹੜਾ ਉਹ ਚਾਹ ਵੇਚਣ ਤੋਂ ਸ਼ੁਰੂ ਕੀਤਾ। ਸੋ ਅਜਿਹੀਆਂ ਗੱਲਾਂ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ, ਕਿਉਂਕਿ ਆਮ ਲੋਕਾਂ ਦੀ ਜ਼ਿੰਦਗੀ ਉਹਨਾਂ ਨੇ ਬਦ ਤੋਂ ਬਦਤਰ ਕਰ ਦਿੱਤੀ ਹੈ। ਸੋ ਇਹੀ ਉਹ ਕਾਰਨ ਹੈ ਜਿਸ ਕਰਕੇ ਸਾਡੇ ਪੂਰੇ ਦੇਸ਼ ਦੇ ਵਿੱਚੋਂ ਸਾਰੇ ਕਿਸਾਨਾਂ ਨੂੰ ਉੱਥੇ ਇਕੱਤਰ ਹੋਣਾ ਪੈ ਰਿਹਾ ਹੈ। ਸਾਰੀਆਂ ਜਥੇਬੰਦੀਆਂ ਉਹਨਾਂ ਦੇ ਨਾਲ ਨੇ ਤੇ ਹੁਣ ਤਾਂ ਸਾਰੀਆਂ ਕਮੇਟੀਆਂ ਨੇ ਵੀ ਉੱਥੇ ਲੰਗਰ ਲਾਉਣੇ ਸ਼ੁਰੂ ਕਰ ਦਿੱਤੇ ਨੇ। NRI ਭਰਾਵਾਂ ਦਾ ਵੀ ਉਹਨਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ। ਬੇਸ਼ੱਕ ਕਿ ਕੋਵਿਡ ਦੇ ਚੱਲਦਿਆਂ ਫਲਾਈਟਸ ਬੰਦ ਨੇ, ਪਰ ਉਹਨਾਂ ਤੋਂ ਜਿੰਨਾ ਵੀ ਸਰਦਾ ਹੈ ਉਨਾ ਹੀ ਸ਼ਰਧਾ ਦੇ ਨਾਲ, ਦਸਵੰਧ ਦੇ ਨਾਲ 24 ਘੰਟੇ 48 ਘੰਟੇ ਸ਼ਿਫਟਾਂ ਲਾ ਕੇ ਉਹ ਬੰਦੇ ਪੈਸੇ ਇਕੱਠੇ ਕਰ ਰਹੇ ਨੇ, ਨੌਜਵਾਨ ਵਰਗ ਪੈਸੇ ਇਕੱਠੇ ਕਰ ਰਿਹਾ ਤੇ ਸਾਡੇ ਕਿਸਾਨ ਭਰਾਵਾਂ ਨੂੰ ਭੇਜ ਰਿਹਾ ਕਿ ਉਹਨਾਂ ਦੀ ਹੈਲਪ ਹੋਵੇ। ਤੇ ਇੱਥੇ ਸਾਡੇ ਕਈ ਅਦਾਕਾਰ ਜਿਵੇਂ ਕਿ ਕੰਗਨਾ ਰਣਾਵਤ ਤਾਂ ਢਿੱਲੋਂ ਸਾਹਿਬ ਕਾਫੀ ਦਿਨਾਂ ਦੇ ਵਿੱਚੋਂ ਸੁਰਖੀਆਂ ਦੇ ਵਿੱਚ ਹੈ ਕਿ ਉਸ ਵੱਲੋਂ ਤਾਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਬੜੇ ਵੱਡੇ ਜਿਹੜੇ ਟਵੀਟ ਨੇ ਉਹ ਕੀਤੇ ਜਾ ਰਹੇ ਨੇ ਕਿਸਾਨਾਂ ਦੇ ਧਰਨੇ ਦੇ ਖਿਲਾਫ, ਜਿਸ ਦੇ ਲਈ ਸਾਡਾ ਕਈ ਗਾਇਕ ਨੇ ਜਿਹੜੇ ਉਹ ਵੀ ਅੱਗੇ ਆਏ ਨੇ। ਉਹਨਾਂ ਨੇ ਕੰਗਨਾ ਰਣੌਤ ਦਾ ਬਾਈਕਾਟ ਕੀਤਾ, ਪਰ ਅਜਿਹੀਆਂ ਗੱਲਾਂ ਅਦਾਕਾਰਾਂ ਨੂੰ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਦੇਖੋ, ਇੱਕ ਗੱਲ ਮੈਂ ਹੋਰ ਕਹਿ ਦਿਆਂ ਜੀ, ਜਿਹੜੇ ਇਹ 3 ਕਾਨੂੰਨ ਪਾਸ ਹੋਏ ਨੇ ਤਾਂ ਹੋਏ ਨੇ ਕਿਸਾਨਾਂ ਦੀ ਇੱਕ ਚੌਥੀ ਮੰਗ ਹੋਰ ਵੀ ਹੈ ਕਿ ਜਿਹੜਾ ਬਿਜਲੀ ਕਾਨੂੰਨ 2020 ਹੈ
ਉਹ ਵੀ ਰੱਦ ਕੀਤਾ ਜਾਵੇ, ਉਹ ਲਾਗੂ ਨਾ ਕੀਤਾ ਜਾਵੇ। ਉਹ ਵੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਗੱਲ ਜਾਂਦੀ ਹੈ। ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਇਹ ਜੇ ਕੰਗਨਾ ਰਣੌਤ ਆ ਜਾਂ ਕੋਈ ਹੋਰ ਆ, ਇਹ ਕਈ ਬੀਬੀਆਂ ਇਹੋ ਜਿਹੀਆਂ ਨੇ ਜਿਵੇਂ ਕੋਈ ਨਵਾਂ ਮੁਸਲਮਾਨ ਬਣਿਆ ਹੋਵੇ ਨਾ, ਉਹ ਕਹਿੰਦੇ ਵੀ ਨਵਾਜ਼ਾਂ ਵੱਧ ਪੜਦਾ ਹੁੰਦਾ। ਇਹ ਬੀਬੀ ਨਵਾਂ ਬੀਜੇਪੀ ਨੂੰ ਆਪਣਾ ਪਤਾ ਨਹੀਂ ਕੀ ਦੱਸਣਾ ਚਾਹੁੰਦੀ ਹੈ। ਜਿਸ ਤਰੀਕੇ ਦੇ ਨਾਲ ਇਸ ਨੇ, ਪਹਿਲੀ ਗੱਲ ਤਾਂ ਸਾਡੇ ਸ਼ਰਮ ਹਿਆ ਇਸੇ ਗੱਲ ਦੇ ਪੱਲੇ ਨਹੀਂ ਰਹੀ ਕਿ ਉਹ ਦੇਖੇ ਤੇ ਜਿਸ ਬੀਬੀ ਬਾਰੇ ਗੱਲ ਕਰਦੀ ਹੈ ਉਹ 80 ਸਾਲ ਦੀ ਮਾਤਾ ਮਹਿੰਦਰ ਕੌਰ ਜਿਹੜੀ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਹੈਗੀ ਹੈ, ਉਹਦੀ ਜ਼ਿੰਦਗੀ ਵੇਖ ਉਹਨੇ ਕਿੱਥੋਂ ਸ਼ੁਰੂ ਕੀਤੀ ਸੀ। ਉਸ ਮਾਤਾ ਨੇ ਜ਼ਮੀਨ ਆਪਣੇ ਪਤੀ ਦੇ ਨਾਲ ਵਾਹੀ ਜਾ ਕੇ ਕਿੱਡਾ ਵੱਡਾ ਕੰਮ ਕੀਤਾ। ਅੱਜ ਉਹਨਾਂ ਦੇ ਪੋਤੇ ਉਹ ਵੀ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ। ਕਦੇ ਜਦੋਂ ਤੁਸੀਂ ਇੱਕ ਉਂਗਲ ਦੂਜੇ ਪਾਸੇ ਨੂੰ ਕਰਦੇ ਹੋ, ਜਿਹਦੀਆਂ 3 ਤੁਹਾਡੇ ਵਾਲੇ ਪਾਸੇ ਨੂੰ ਹੁੰਦੀਆਂ ਨੇ, ਉਹਨਾਂ ਵੱਲ ਵੀ ਦੇਖਿਆ ਕਰੋ, ਉਹਨਾਂ ਵੱਲ ਵੀ ਵਿਚਾਰਿਆ ਕਰੋ। ਕੰਗਨਾ ਰਣੌਤ ਨੂੰ ਇਹ ਗੱਲ ਕਹਿਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਸੀ ਕਿ ਉਹ ਕਿਸ ਔਰਤ ਦੀ ਜਿਹੜੀ ਬੀਬੀ ਹੈ ਉਹਦੇ ਨਾਲ ਗੱਲ ਕਰ ਰਹੀ ਹੈ। ਉਹ ਉਹਦੀ ਮਾਤਾਵਾਂ ਨਹੀਂ, ਮਾਤਾਵਾਂ ਤੋਂ ਵੀ ਅੱਗੇ ਉਹਦੀ ਦਾਦੀਆਂ ਦੇ ਸਮਾਨ ਹੈਗੀ ਹੈ। ਔਰ ਠੀਕ ਹੈ, ਸਾਡੇ ਜਿੰਨੇ ਗਾਇਕਾਂ ਨੇ ਉਹਦਾ ਜਵਾਬ ਦਿੱਤਾ, ਬਿਲਕੁਲ ਠੀਕ ਦਿੱਤਾ ਔਰ ਠੀਕ ਕਿਹਾ। ਇਹ ਹੋਣਾ ਚਾਹੀਦਾ ਸੀ। ਔਰ ਜਿਹੜੀ ਇਹ ਬੀਬੀ ਹੈ ਇਹਨੂੰ ਵੀ ਕੁਛ ਮਾੜਾ ਮੋਟਾ ਸੰਗ ਸ਼ਰਮ ਆਉਣੀ ਚਾਹੀਦੀ ਹੈ। ਔਰ ਇਸ ਨੂੰ ਘੱਟੋ ਘੱਟ ਇਹ ਸੋਚ ਲੈਣਾ ਚਾਹੀਦਾ ਸੀ ਕਿ ਉਹ ਜਿਹੜੀ ਟਿੱਪਣੀ ਕਰ ਰਹੀ ਹੈ ਉਹ ਕਿਸ ਪੱਧਰ ਦੀ ਔਰਤ ਤੇ ਕਰ ਰਹੀ ਹੈ। ਉਹਨੂੰ ਤਾਂ ਉਹਦੇ ਜਜ਼ਬੇ ਨੂੰ ਸਲਾਮ ਆ, ਮਾਤਾ ਮਹਿੰਦਰ ਕੌਰ ਦੇ ਜਜ਼ਬੇ ਨੂੰ। ਔਰ ਜਿਹੜੀ ਇਹ ਬੀਬੀ ਨੇ ਟਿੱਪਣੀਆਂ ਕੀਤੀਆਂ ਨੇ ਬੇਹੂਦੀਆਂ ਨੇ ਔਰ ਇਹਨੂੰ ਬਿਨਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਹਨੂੰ ਕਾਨੂੰਨੀ ਨੋਟਿਸ ਦਿੱਤੇ ਗਏ ਨੇ। ਫਿਰ ਜਦੋਂ ਅਦਾਲਤਾਂ ਵਿੱਚ ਚਲਿਆ ਗਿਆ ਮਾਮਲਾ ਤੇ ਫਿਰ ਭੱਜਦਿਆਂ ਨੂੰ ਬਾਹਨ ਸਾਰਿਆਂ ਨੂੰ ਇੱਕੋ ਜਿਹੇ ਹੁੰਦੇ ਆ। ਉੱਥੇ ਜਾ ਕੇ ਨਿਬੜਨ ਤੋਂ ਪਹਿਲਾਂ ਇਹਨੂੰ ਬਿਨਾਂ ਸ਼ਰਤ ਦੋਨੇ ਹੱਥ ਜੋੜ ਕੇ ਮਾਤਾ ਮਹਿੰਦਰ ਕੌਰ ਤੇ ਹੋਰ ਜੋ ਟਿੱਪਣੀਆਂ ਕੀਤੀਆਂ ਨੇ ਉਸ ਦੀ ਖਿਮਾ ਜਾਚਨਾ ਕਰਾਉਣੀ ਚਾਹੀਦੀ ਹੈ। ਜੀ ਤੇ ਢਿੱਲੋਂ ਸਾਹਿਬ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚਲਿਆ ਤੇ ਦਰਸ਼ਕਾਂ ਨੇ ਜਾਣਾ ਕਿਤੇ ਨਹੀਂ। ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਛੋਟੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਵਾਰ ਸਤਵਾਰ ਦੇ ਵਿੱਚ। ਬ੍ਰੇਕ ਤੋਂ ਪਹਿਲਾਂ ਗੱਲਬਾਤ ਚੱਲ ਰਹੀ ਸੀ ਕਿਸਾਨਾਂ ਦੇ ਬਾਬਤ, ਕਿਉਂਕਿ ਕਿਸਾਨ ਅੰਦੋਲਨ ਪੂਰੇ ਸਿਖਰਾਂ ਤੇ ਹੈ। ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ। ਇਸੇ ਸੰਘਰਸ਼ ਦੇ ਦੌਰਾਨ ਸਾਡੇ ਕਈ ਕਿਸਾਨਾਂ ਦੀ ਮੌਤ ਵੀ ਹੋਈ ਹੈ ਤੇ ਜਿਨ੍ਹਾਂ ਨੂੰ ਲੈ ਕੇ ਸਾਰੀਆਂ ਜਥੇਬੰਦੀਆਂ ਵੱਲੋਂ ਉਹਨਾਂ ਦੇ ਪਰਿਵਾਰਾਂ ਦੇ ਲਈ 10-10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਵੀ ਮੰਗ ਕੀਤੀ ਜਾ ਰਹੀ ਹੈ। ਤੇ ਇਸੇ ਲੜੀ ਦੇ ਚਲਦਿਆਂ ਹੀ ਬੇਸ਼ੱਕ ਕਿ NRI ਭਰਾਵਾਂ ਵੱਲੋਂ ਵੀ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਪੰਜਾਬ ਤੇ ਭਾਰਤ ਦੇ ਵਿੱਚ ਜਿਹੜੀਆਂ ਵੀ ਸੰਸਥਾਵਾਂ ਨੇ ਉਹ ਵੀ ਉਹਨਾਂ ਦੇ ਪਰਿਵਾਰਾਂ ਦਾ ਸਾਥ ਦੇ ਰਹੀਆਂ ਨੇ, ਪਰ ਸ਼੍ਰੋਮਣੀ ਕਮੇਟੀ ਨੇ ਵੀ ਇਹ ਐਲਾਨ ਕੀਤਾ ਕਿ 7 ਤਰੀਕ ਨੂੰ ਇੱਕ ਸਮਾਗਮ ਕਰਵਾਇਆ ਜਾਵੇਗਾ ਜਿਸ ਦੇ ਵਿੱਚ ਜਿਹੜੇ ਵੀ ਕਿਸਾਨਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਵਾਰਿਸਾਂ ਨੂੰ 1-1 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਜਾਵੇਗਾ। ਢਿੱਲੋਂ ਸਾਹਿਬ ਦੇਖੋ, ਜੇ ਸ਼੍ਰੋਮਣੀ ਕਮੇਟੀ ਇਹ ਕਦਮ ਉਠਾ ਰਹੀ ਹੈ ਤਾਂ ਚੰਗੀ ਗੱਲ ਹੈ। ਕਿਸਾਨਾਂ ਇਸ ਵੇਲੇ ਸੰਕਟ ਦੇ ਵਿੱਚ ਨੇ, ਪਰ 1 ਲੱਖ ਨਾਲ ਹੁੰਦਾ ਕੁਝ ਨਹੀਂ। ਫਿਰ ਵੀ ਜੇ ਯੋਗਦਾਨ ਪਾਇਆ ਜਾ ਰਿਹਾ ਹੈ, ਮੈਂ ਸਮਝਦਾ ਕਿ ਇਹ ਚੰਗੀ ਗੱਲ ਹੈ, ਹੋਣਾ ਚਾਹੀਦਾ ਸੀ। ਘੱਟੋ ਘੱਟ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਢਾਰਸ ਲੱਗੇ ਕਿ ਵੱਖ-ਵੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਰਕਾਰਾਂ, ਕਿਸਾਨ ਜਥੇਬੰਦੀਆਂ, ਭਾਈਚਾਰਾ ਸਾਰਾ ਉਹਨਾਂ ਦੇ ਨਾਲ ਖੜਾ। ਇਹਦੇ ਨਾਲ ਇੱਕ ਚੰਗੀ ਗੱਲ ਹੈਗੀ ਹੈ। ਇਸ ਤੋਂ ਇਲਾਵਾ ਸਰਕਾਰਾਂ ਨੇ ਵੀ ਕੁਝ ਅਨਾਉਂਸਮੈਂਟ ਕੀਤੀ ਹੈ, ਸ਼ਾਇਦ 5-5 ਲੱਖ ਦੀ ਹੈ ਕਿ ਉਹਨਾਂ ਦੇ ਪਰਿਵਾਰਾਂ ਵਾਸਤੇ ਐਲਾਨ ਕੀਤਾ ਗਿਆ ਹੈਗਾ। ਮੈਂ ਸਮਝਦਾ ਕਿ ਇਹ ਸਾਰੇ ਸਿਸਟਮ ਦਾ ਇੱਕ ਯੋਜਨਾਬੱਧ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ। ਇਹਦੇ ਤੇ ਕੋਈ ਨਾ ਜਿਹੜਾ ਜਾਬਤਾ ਉਹ ਬਣਾ ਲੈਣਾ ਚਾਹੀਦਾ ਕਿ ਜੇ ਇਸ ਸਥਿਤੀ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਤਾਂ ਅਸੀਂ ਕੀ ਦੇਣਾ। ਉਹ ਸਾਰਿਆਂ ਲਈ ਇੱਕ ਹੋਵੇ। ਇਹ ਨਹੀਂ ਹੈ ਕਿਸੇ ਨੂੰ 50 ਲੱਖ ਦੇ ਦਿਓ, ਕਿਸੇ ਨੂੰ 5 ਦੇ ਦਿਓ, ਕਿਸੇ ਨੂੰ 50,000 ਵੀ ਨਾ ਦਿਓ ਜਾਂ 5,000 ਨਾ ਦਿਓ। ਇਹ ਮਾੜੀ ਗੱਲ ਹੁੰਦੀ ਹੈ। ਸੋ ਇਹ ਚੰਗੀ ਗੱਲ ਹੈ ਜਿਹੜਾ ਇਹ ਕਦਮ ਸ਼੍ਰੋਮਣੀ ਕਮੇਟੀ ਨੇ ਉਠਾਇਆ। ਸ਼੍ਰੋਮਣੀ ਕਮੇਟੀ ਦੇ ਵਿੱਚ ਬਦਲਾਅ ਆਇਆ ਤਾਂ ਇਸ ਕਦਮ ਦਾ ਆਪਾਂ ਸਵਾਗਤ ਕਰਦੇ ਹਾਂ। ਭਾਵੇਂ ਉਹਨਾਂ ਨੇ 1-1 ਲੱਖ ਹੀ ਕਿਹਾ, ਪਰ ਫਿਰ ਵੀ ਜਦੋਂ ਪਰਿਵਾਰ ਨੂੰ ਇਹ ਲੱਗਦਾ ਕਿ ਸਮਾਜ ਸਾਡੇ ਨਾਲ ਖੜਾ ਹੈ ਤਾਂ ਉਹਨਾਂ ਨੂੰ ਇਹ ਚੰਗਾ ਲੱਗਦਾ ਹੈ ਕਿ ਕਿਸੇ ਨੇ ਸਾਡੀ ਬਾਂਹ ਫੜਨ ਦਾ ਯਤਨ ਕੀਤਾ ਹੈ। ਜੀ ਤੇ ਉਧਰ ਦੂਜੇ ਪਾਸੇ ਕਿ ਪਿਛਲੇ 2-3 ਦਿਨਾਂ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਪਦਮ ਵਿਭੂਸ਼ਣ ਅਵਾਰਡ ਹੈ ਜਿਹੜਾ ਵਾਪਸ ਦਿੱਤਾ ਗਿਆ ਤੇ ਉਸ ਤੋਂ ਬਾਅਦ ਢੀਂਡਸਾ ਸਾਹਿਬ ਨੇ ਵੀ ਗੱਲ ਕੀਤੀ ਕਿ ਮੈਂ ਵੀ ਆਪਣੇ ਅਵਾਰਡ ਹੈ ਜਿਹੜੇ ਉਹ ਵਾਪਸ ਕਰਾਂਗਾ। ਤਾਂ ਹੁਣ ਜਿਹੜੀ ਅਵਾਰਡ ਵਾਪਸ ਕਰਨ ਦੀ ਜਾਂ ਫਿਰ ਮੈਡਲ ਵਾਪਸ ਕਰਨ ਦੀ ਜਿਹੜੀ ਲੜੀ ਹੈ ਲਗਾਤਾਰ ਚੱਲ ਚੁੱਕੀ ਹੈ। ਤਾਂ ਹਰਭਜਨ ਮਾਨ ਤੇ ਹੋਰ ਜਿਹੜੇ ਕਈ ਸ਼ਖਸੀਅਤਾਂ ਨੇ ਉੱਚ ਸ਼ਖਸੀਅਤਾਂ ਨੇ ਉਹਨਾਂ ਵੱਲੋਂ ਵੀ ਅਵਾਰਡ ਤੇ ਮੈਡਲ ਵਾਪਸ ਕਰਨ ਦੀ ਗੱਲ ਕੀਤੀ ਗਈ ਹੈ। ਤੇ ਹੁਣ ਇੱਕ ਹੋਰ ਵੀ ਜਿਹੜੀ ਗੱਲ ਹੈ ਇਸ ਦੇ ਨਾਲ ਜੁੜਦੀ ਹੈ ਕਿ ਭਾਸ਼ਾ ਵਿਭਾਗ ਵੱਲੋਂ ਜਿਨ੍ਹਾਂ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਸੀਗਾ ਵੱਖ-ਵੱਖ ਕੈਟਾਗਰੀ ਦੇ ਅਧੀਨ ਸਾਰਿਆਂ ਨੂੰ ਸੁਨੇਹੇ ਭੇਜੇ ਗਏ ਕਿ ਇਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਤਾਂ ਹਰਭਜਨ ਮਾਨ ਨੇ ਉਸ ਦੇ ਲਈ ਨਾ ਕਰ ਦਿੱਤਾ ਹੈ, ਉਹ ਅਵਾਰਡ ਲੈਣ ਤੋਂ ਮਨਾ ਕਰ ਦਿੱਤਾ ਹੈ ਤੇ ਉਹਨਾਂ ਕਹਿੰਦੇ ਨੇ ਕਿ ਕਿਸਾਨਾਂ ਦੀ ਹਮਾਇਤ ਦੇ ਵਿੱਚ ਅਸੀਂ ਸਾਰੇ ਉਤਰੇ ਹੋਏ ਹਾਂ ਤੇ ਅਸੀਂ ਇਹ ਅਵਾਰਡ ਨਹੀਂ ਲਵਾਂਗੇ। ਦੇਖੋ, ਜਿਹੜਾ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਉਹ ਪਦਮ ਸ਼੍ਰੀ ਕਰਤਾਰ ਸਿੰਘ ਪਹਿਲਵਾਨ ਨੇ ਕੀਤੀ ਸੀ ਜੀ। ਬਾਦਲ ਸਾਹਿਬ ਨੇ ਵਾਪਸ ਕਰਕੇ ਭਾਵੇਂ ਪਹਿਲ ਕਦਮੀ ਕੀਤੀ ਹੈ, ਉਹ ਉਹਨਾਂ ਨੇ ਕੀਤਾ ਤਾਂ ਪਹਿਲ ਉਹਨਾਂ ਦੀ, ਪਰ ਜਿਹੜੀ ਐਲਾਨ ਸੀ ਐਲਾਨ ਸਭ ਤੋਂ ਪਹਿਲਾਂ ਉਹਨਾਂ ਨੇ ਕੀਤਾ ਸੀ। ਹੁਣ ਬਾਦਲ ਸਾਹਿਬ ਦਾ ਜਿਹੜਾ ਵਾਪਸ ਕੀਤਾ ਗਾ ਉਹਦੇ ਵਿੱਚ ਮੈਂ ਇਹ ਕਹਾਂ ਕਿ ਅੱਜ ਬਾਦਲ ਸਾਹਿਬ ਪਹਿਲਾਂ ਆਪਦੇ ਆਪ ਨੂੰ ਸਪਸ਼ਟ ਕਰਨ। ਇੱਕ ਪਾਸੇ 12 ਸਤੰਬਰ ਤੱਕ ਉਹਨਾਂ ਦੀ ਨੂੰਹ, ਉਹਨਾਂ ਦਾ ਸਪੁੱਤਰ ਇਹਨਾਂ ਬਿੱਲਾਂ ਦੀ ਹਮਾਇਤ ਕਰ ਰਿਹਾ ਸੀ ਤੇ ਖੁਦ ਬਾਦਲ ਸਾਹਿਬ ਬਚੇ ਰਹਿੰਦੇ ਤਾਂ ਚੰਗਾ ਸੀ, ਇਹ ਹਮਾਇਤ ਨਾ ਕਰਦੇ। ਈਵਨ ਬਾਦਲ ਸਾਹਿਬ ਤੋਂ ਵੀ ਹਮਾਇਤ ਕਰਾਈ ਗਈ ਕਿ ਕਾਕਾ ਇਹ ਤਾਂ ਬਿੱਲੇ ਬਹੁਤ ਵਧੀਆ ਨੇ, ਇਹਦੇ ਨਾਲ ਕਿਸਾਨਾਂ ਦੀ ਕਾਇਆ ਕਲਪ ਹੋ ਜਾਣੀ ਆ। ਹੁਣ ਅੱਜ ਜਿਹੜਾ ਉਹਨਾਂ ਨੇ ਵਾਪਸ ਕੀਤਾ ਤਾਂ ਇਹ ਉਹਨਾਂ ਦੀ ਸਿਆਸੀ ਮਜਬੂਰੀ ਸੀ। ਆਖਰੀ ਦਾ ਚੱਲ ਕੇ ਦੇਖਿਆ ਕਿ ਜਦੋਂ ਪੈਰ ਨਹੀਂ ਲੱਗ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਸਪੁੱਤਰ ਦੇ, ਤਾਂ ਬਾਦਲ ਸਾਹਿਬ ਨੇ ਆਖਰ ਦੇ ਵਿੱਚ ਇਹ ਦਾ ਚੱਲਿਆ। ਪਰ ਬਾਦਲ ਸਾਹਿਬ ਤੋਂ ਪਹਿਲਾਂ ਮੈਂ ਦੱਸਿਆ ਜਿਵੇਂ ਪਦਮ ਸ਼੍ਰੀ ਕਰਤਾਰ ਸਿੰਘ ਤੇ ਹੋਰਨਾਂ ਖਿਡਾਰੀਆਂ ਨੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਇਹ ਆਪਣੇ ਜਿਹੜੇ ਪੁਰਸਕਾਰ ਸਰਕਾਰਾਂ ਵੱਲੋਂ ਸਾਨੂੰ ਦਿੱਤੇ ਗਏ ਨੇ ਉਹ ਵਾਪਸ ਕਰਾਂਗੇ। ਇਸੇ ਤਰ੍ਹਾਂ ਜਿਵੇਂ ਬਾਬਾ ਬਲਵੀਰ ਸਿੰਘ ਸੀਚੇਵਾਲ, ਇਸ ਤੋਂ ਇਲਾਵਾ ਡਾਕਟਰ ਮੋਹਨਜੀਤ ਸਿੰਘ, ਕੌਰ ਸਿੰਘ ਜਿਹੜੇ ਬਾਕਸਰ ਨੇ, ਮੁੱਕੇਬਾਜ਼ ਨੇ, ਹਰਭਜਨ ਮਾਨ ਹੋ ਗਏ, ਡਾਕਟਰ ਜਸਵਿੰਦਰ ਸਿੰਘ ਆਪਣੇ ਪਟਿਆਲੇ ਨਾਲ ਹੀ ਸੰਬੰਧਿਤ ਨੇ, ਇਹਨਾਂ ਸਮੇਤ ਪਤਾ ਨਹੀਂ ਕਿੰਨਿਆਂ ਕੁ ਦਾ ਬਹੁਤ ਸਾਰੇ ਖਿਡਾਰੀਆਂ ਦੇ, ਬਹੁਤ ਸਾਰੇ ਜਿਨ੍ਹਾਂ ਨੇ ਅਰਜਨਾ ਅਵਾਰਡ ਮਿਲੇ ਵੀ ਨੇ, ਹੋਰਾਂ ਨੇ, ਸਾਰਿਆਂ ਨੇ ਕਿਹਾ ਕਿ ਅਸੀਂ ਇਹ ਪੁਰਸਕਾਰ ਕਰਾਉਣੇ ਕੀ ਨੇ। ਢੀਂਡਸਾ ਸਾਹਿਬ ਨੇ ਵੀ ਐਲਾਨ ਕਰ ਦਿੱਤਾ, ਪਰ ਢੀਂਡਸਾ ਸਾਹਿਬ ਦੀ ਇੱਥੇ ਇੱਕ ਵੱਖਰੀ ਹੈ ਕਿਉਂਕਿ ਢੀਂਡਸਾ ਸਾਹਿਬ ਪਹਿਲੇ ਦਿਨ ਤੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਉਹਨਾਂ ਨੇ ਬਾਦਲ ਸਾਹਿਬ ਦੇ ਪਰਿਵਾਰ ਵਾਂਗ ਇਹਨਾਂ ਕਾਨੂੰਨਾਂ ਦੀ ਹਮਾਇਤ ਨਹੀਂ ਕੀਤੀ। ਅੱਜ ਬਾਦਲ ਸਾਹਿਬ ਲੋਕਾਂ ਨੂੰ ਸਪਸ਼ਟ ਕਰ, ਜੇ ਅੱਜ ਉਹਨਾਂ ਨੂੰ ਇਹ ਕਾਨੂੰਨ ਐਡੇ ਬੁਰੇ ਲੱਗਣ ਲੱਗ ਗਏ ਨੇ, ਇਹ ਕਾਨੂੰਨ ਐਡੇ ਮਾੜੇ ਲੱਗਣ ਲੱਗ ਗਏ ਨੇ, ਇਹ ਉਹਨਾਂ ਨੂੰ ਲੱਗਣ ਲੱਗੇ ਨਹੀਂ, ਲੋਕਾਂ ਨੇ ਲਵਾਏ ਨੇ। ਲੋਕਾਂ ਦਾ ਜਦੋਂ ਰੋਸ ਵੱਧ ਗਿਆ, ਕਿਸਾਨਾਂ ਦਾ ਰੋਸ ਵੱਧ ਗਿਆ, ਉਸ ਵੇਲੇ ਆ ਕੇ ਬਾਦਲ ਸਾਹਿਬ ਨੂੰ ਚੇਤਾ ਆਇਆ ਕਿ ਮੈਂ ਇੱਕ ਗਰੀਬੜਾਇਆ ਸਿੱਖ, ਮੇਰੇ ਕੋਲ ਤਾਂ ਹੈ ਹੀ ਕੁਛ ਨਹੀਂ, ਆਹ ਇੱਕ ਕਾਕਾ ਪਤਾ ਨਹੀਂ ਪਿਆ, ਇਹਨੂੰ ਮੈਂ ਵਾਪਸ ਕਰਦਾ ਹੈਗਾ। ਇਹ ਜੇ ਬਾਦਲ ਸਾਹਿਬ ਨੇ ਜਦੋਂ ਇਹਨਾਂ ਦੀ ਸਲਾਹਨਾ ਕੀਤੀ ਸੀ ਉਦੋਂ ਸੋਚਿਆ ਹੁੰਦਾ, ਅੱਜ ਲੋਕਾਂ 'ਚ ਸਪਸ਼ਟ ਕਰ ਕਿ ਬਾਦਲ ਸਾਹਿਬ ਉਦੋਂ ਸੱਚੇ ਸੀ ਜਾਂ ਅੱਜ ਸੱਚੇ ਨੇ। ਆਫਟਰ ਆਲ ਲੋਕ ਸੰਘਰਸ਼ ਦੇ ਸਾਹਮਣੇ ਇਹ ਸਾਰਾ ਕੁਝ ਨਿਮ ਜਾਂਦਾ ਹੈ। ਇਹ ਸਥਿਤੀ ਉਹ ਵਾਪਰੀ ਨਵਦੀਪ ਕਿ ਉਹਨਾਂ ਨੂੰ ਵੀ ਮਜਬੂਰ ਹੋਣਾ ਪਿਆ ਤੇ ਇਸ ਪਾਸੇ ਵੱਲ ਤੁਰੇ ਨੇ। ਪਰ ਜੇ ਉਹਨਾਂ ਨੇ ਵਾਪਸ ਕੀਤਾ, ਉਹਨਾਂ ਵਿੱਚ ਉਹ ਸਭ ਤੋਂ ਪਹਿਲੇ ਨੇ। ਬਾਕੀਆਂ ਨੇ ਐਲਾਨ ਕੀਤਾ, ਉਹਨਾਂ ਨੇ ਕਹਿੰਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਇਹ ਵਾਪਸ ਭੇਜ ਦਿੱਤਾ ਗਿਆ ਹੈ। ਜਿਵੇਂ ਇਹ ਲੜੀ ਚੱਲੀ ਹੈ ਕਿ ਅਸੀਂ ਸਨਮਾਨ ਨਹੀਂ ਲੈਣੇ, ਆ ਜਿਹੜੇ ਤਾਜ਼ਾ ਭਾਸ਼ਾ ਵਿਭਾਗ ਨੇ ਸਨਮਾਨ ਸ਼ੁਰੂ ਕੀਤੇ ਨੇ, ਉਹਨਾਂ ਦੇ ਉੱਤੇ ਭਾਵੇਂ ਲੱਖ ਕਿੰਤੂ ਪਰੰਤੂ ਉੱਠਦੇ ਹੋਣ, ਪਰ ਉਹਨਾਂ ਵਿੱਚ ਸਭ ਤੋਂ ਪਹਿਲਾਂ ਸਾਡਾ ਲੋਕ ਗਾਇਕ ਹਰਭਜਨ ਮਾਨ ਹੈ, ਜਿਹਨੇ ਕਿਹਾ ਕਿ ਮੈਂ ਸਰਕਾਰ ਦਾ ਇਹ ਅਵਾਰਡ ਲੈਣਾ ਨਹੀਂ। ਹਾਲਾਂਕਿ ਇਹ ਅਵਾਰਡ ਦੇ ਵਿੱਚ ਜੋ ਪੈਸੇ ਹੈ ਉਹ ਇਹਨਾਂ ਗਾਇਕਾਂ ਕੋਲੇ ਕੋਈ ਬੜੀ ਵੱਡੀ ਗੱਲ ਨਹੀਂ, ਕਿਉਂਕਿ ਪਹਿਲਾਂ ਹੀ ਇਹਨਾਂ ਸੀਮਾਵਾਂ ਤੋਂ ਬਹੁਤ ਅੱਗੇ ਲੰਘ ਚੁੱਕੇ ਨੇ। ਇਹ ਕਹਿਣਾ ਕਿ ਮੈਂ ਲੈਣਾ ਨਹੀਂ, ਇਹ ਵੀ ਇੱਕ ਚੰਗੀ ਪਿਰਤ ਹੈਗੀ, ਤਾਂ ਕਿ ਕੇਂਦਰ ਦੇ ਜਿਹੜੇ ਹੁਕਮਰਾਨਾਂ ਨੂੰ ਇਹ ਗੱਲ ਦਾ ਪਤਾ ਲੱਗੇ ਕਿ ਤੁਹਾਡੀਆਂ ਫੋਕੀਆਂ ਇਹਨਾਂ ਸ਼ੋਹਰਤਾਂ ਨੂੰ ਅਸੀਂ ਟਿੱਚ ਸਮਝਦੇ ਹਾਂ। ਇਸ ਵੇਲੇ ਇੱਕੋ ਇੱਕ ਮੁੱਦਾ ਹੈਗਾ ਸਾਰੇ ਵਿਸ਼ਵ ਦਾ ਕਿ ਕਿਸਾਨ ਅੰਦੋਲਨ ਦੇ ਵਿੱਚ ਜੋ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਰੋਨਾ ਮਹਾਮਾਰੀ ਦੇ ਵਿੱਚ ਜੋ ਕੜੀ ਘੋਲੀ ਹੈ, ਇਹ ਗਲਤ ਹੈ। ਉਹਨੇ ਕਾਰਪੋਰੇਟ ਘਰਾਣਿਆਂ ਨੂੰ ਸਮੁੱਚਾ ਲਾਭ ਦੇਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਹੈ ਤੇ ਕਰ ਰਿਹਾ ਹੈ। ਇਸ ਕਰਕੇ ਇਹਨਾਂ ਦਾ ਵਿਰੋਧ ਇਸ ਵੇਲੇ, ਜਿਵੇਂ ਇਹ ਕਿਸਾਨੀ ਸੰਘਰਸ਼ ਨੂੰ ਸਾਰਿਆਂ ਨੇ ਅਪਣਾ ਲਿਆ, ਭਾਵੇਂ ਉਹ ਲੇਖਕ ਹੈ, ਭਾਵੇਂ ਉਹ ਵਪਾਰੀ ਨੇ, ਟਰਾਂਸਪੋਰਟਰ ਨੇ, ਸਨਅਤਕਾਰ ਨੇ,
ਛੋਟੇ ਸਨਅਤਕਾਰ ਨੇ, ਖੇਤ ਮਜ਼ਦੂਰ ਹੈ, ਮੁਲਾਜ਼ਮ ਜਥੇਬੰਦੀਆਂ ਨੇ, ਵਪਾਰ ਵਿੰਗ ਨੇ, ਜਿਹੜੀਆਂ ਆੜ੍ਹਤੀ ਐਸੋਸੀਏਸ਼ਨਾਂ ਨੇ, ਟਰਾਂਸਪੋਰਟਰ ਨੇ, ਇਹਨਾਂ ਸਾਰਿਆਂ ਨੇ ਜਿਵੇਂ ਇੱਕ ਮੁੱਠਤਾ ਦੇ ਨਾਲ ਇਹਨੂੰ ਅਪਣਾਇਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਸੰਘਰਸ਼ ਹੈ ਜਿਹੜਾ ਐਡੇ ਵੱਡੇ ਪੱਧਰ ਤੱਕ ਤੇ ਉਲੀਕਿਆ ਗਿਆ। ਔਰ ਇਸ ਸੰਘਰਸ਼ ਦੇ ਵਿੱਚ ਜਿਹੜੇ ਜਿਹੜਾ ਬਾਦਲ ਸਾਹਿਬ ਨੇ ਦਿੱਤਾ ਨਾ, ਤਾਂ ਇਹ ਇੱਕ ਤਰਲੋ ਮੱਛੀ ਹੋ ਰਹੇ ਨੇ ਵੀ ਕਿਹੜੇ ਤਰੀਕੇ ਦੇ ਨਾਲ ਅਸੀਂ ਇਸ ਕਿਸਾਨੀ ਸੰਘਰਸ਼ ਦੇ ਅੰਦਰ ਜਾਈਏ। ਪਰ ਮੈਂ ਇਸ ਗੱਲ ਤੇ ਸਲਾਹਨਾ ਕਰਦਾ ਸਾਡੇ ਕਿਸਾਨ ਆਗੂਆਂ ਦੀ, ਜਿਨ੍ਹਾਂ ਨੇ ਕਿਸੇ ਸਿਆਸੀ ਧਿਰ ਨੂੰ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ, ਆਪਣਾ ਸੰਘਰਸ਼ ਆਪ ਲੜਿਆ। ਤੁਸੀਂ ਲਗਭਗ ਸਿਖਰ ਤੇ ਲੈ ਗਏ ਹੋ, ਹੁਣ ਸਿਖਰ ਦੇ ਉੱਤੋਂ ਧੜਾਮਣਾ ਡਿੱਗਿਓ, ਕੁਝ ਹੋਸ਼ ਤੋਂ ਕੰਮ ਕਰਕੇ ਇਹਨੂੰ ਅਪਣਾਇਓ। ਇੱਕੋ ਗੱਲ ਤੇ ਵੀ ਆਪਾਂ ਤਾਂ ਆਹੀ ਕਰਨਾ। ਤੁਹਾਡੇ ਸੰਘਰਸ਼ ਦੇ ਵਿੱਚੋਂ ਲੋਕਾਂ ਨੂੰ ਇਸ ਵੇਲੇ ਜਿੱਤ ਦੀ ਆਸ ਬਹੁਤ ਵੱਡੀ ਲੱਗੀ ਹੋਈ ਹੈ। ਸਾਡੀਆਂ ਦੁਆਵਾਂ ਨੇ, ਅਰਦਾਸਾਂ ਨੇ ਕਿ ਅੱਜ ਜਦੋਂ 2 ਵਜੇ ਤੁਹਾਡੇ ਨਾਲ ਬੈਠਕ ਹੋਵੇ, ਅਗਲੀ ਬੈਠਕ ਦਾ ਸਮਾਂ ਨਾ ਹੋਵੇ, ਸਗੋਂ ਜਿਹੜੇ ਮੰਤਰੀ ਉੱਥੇ ਆ ਕੇ ਬੈਠਣ ਉਹ ਤੁਹਾਡੀਆਂ ਮੰਗਾਂ ਮੰਨ ਕੇ ਇਹਨੂੰ ਸਵੀਕਾਰ ਕਰਨ ਦਾ ਐਲਾਨ ਕਰਨ। ਨਹੀਂ ਤਾਂ ਇਸ ਕਿਸਾਨੀ ਸੰਘਰਸ਼ ਦੇ ਵਿੱਚੋਂ ਨਵੀਆਂ ਸਿਆਸੀ ਸੰਭਾਵਨਾਵਾਂ ਵੀ ਉਤਪੰਨ ਹੋਣ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਮੱਦੇਨਜ਼ਰ ਨਹੀਂ ਕੀਤਾ ਜਾ ਸਕਦਾ। ਜੀ ਪਟੇਲ ਸਾਹਿਬ, ਇੱਥੇ ਇੱਕ ਹੋਰ ਵੱਡੀ ਗੱਲ ਇਹ ਵੀ ਹੈ ਕਿ ਜਿਸ ਦਿਨ ਦਾ ਪ੍ਰਕਾਸ਼ ਸਿੰਘ ਬਾਦਲ ਦੀ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਨੇ ਪਦਮ ਵਿਭੂਸ਼ਣ ਅਵਾਰਡ ਹੈ ਜਿਹੜਾ ਵਾਪਸ ਕਰ ਦਿੱਤਾ, ਉਸ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਵੀ ਥੋੜੀ ਗਰਮਾ ਗਈ ਹੈ, ਕਿਉਂਕਿ ਉਸੇ ਦਿਨ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲਣ ਦੇ ਲਈ ਗਏ ਸਨ ਤੇ ਉਹ ਹਲੇ ਦਿੱਲੀ ਪਹੁੰਚੇ ਸਨ। ਉਹਨਾਂ ਦੀ ਮੀਟਿੰਗ ਹੋਈ ਸੀ ਕਿ ਇੰਨੇ ਨੂੰ ਹੀ ਮੀਡੀਆ ਦੇ ਵਿੱਚ ਇੱਕ ਵੱਡੀ ਖਬਰ ਇਹੀ ਆ ਗਈ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਪਦਮ ਵਿਭੂਸ਼ਣ ਅਵਾਰਡ ਹੈ ਜਿਹੜਾ ਵਾਪਸ ਕਰ ਦਿੱਤਾ, ਜਿਸ ਦੇ ਨਾਲ ਸਾਡਾ ਜਿਹੜੇ ਦਰਸ਼ਕ ਨੇ, ਸਾਡੇ ਜਿਹੜੇ ਲੋਕ ਨੇ, ਉਹ ਇਹ ਗੱਲ ਕਹਿ ਰਹੇ ਨੇ ਕਿ ਸਿਆਸਤ ਗਰਮਾ ਰਹੀ ਹੈ ਕਿ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਜੇ ਕੈਪਟਨ ਅਮਰਿੰਦਰ ਭਾਜਪਾ ਤੱਕ ਪਹੁੰਚ ਕਰਦੇ ਨੇ ਤਾਂ ਅਸੀਂ ਵੀ ਇੱਥੋਂ ਐਲਾਨ ਕਰ ਦਿੰਦੇ ਹਾਂ। ਸ਼ਾਇਦ ਲੋਕਾਂ ਨੂੰ ਭਰਮਾਇਆ ਜਾ ਰਿਹਾ, ਕਿਉਂਕਿ ਸਾਰੀਆਂ ਪਾਰਟੀਆਂ 2022 ਦੀਆਂ ਚੋਣਾਂ ਦੇ ਲਈ ਵੀ ਆਪਣੀ ਰਣਨੀਤੀ ਹੈ ਜਿਹੜੀ ਉਹ ਤਿਆਰ ਕਰ ਰਹੀਆਂ ਨੇ। ਅਵਾਰਡ ਵਾਪਸ ਕਰਨ ਦੇ ਮਾਮਲੇ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਵਿਅੰਗ ਕੱਸਿਆ। ਉਹਨਾਂ ਨੇ ਕਿਹਾ ਹੈ ਕਿ ਪਤਾ ਨਹੀਂ ਪ੍ਰਕਾਸ਼ ਸਿੰਘ ਬਾਦਲ ਨੂੰ ਪਦਮ ਵਿਭੂਸ਼ਣ ਅਵਾਰਡ ਹੈ ਜਿਹੜਾ ਉਹ ਕਿਉਂ ਦਿੱਤਾ ਗਿਆ ਸੀ। ਉਹਨਾਂ ਨੇ ਇੱਕ ਹੋਰ ਹਵਾਲਾ ਦਿੱਤਾ, ਉਹਨਾਂ ਨੇ ਕਿਹਾ ਕਿ 1965 ਦੀ ਜੰਗ ਜਿੱਤਣ ਦੇ ਲਈ ਜਨਰਲ ਹਰਬਖਸ਼ ਸਿੰਘ ਨੂੰ ਪਦਮ ਵਿਭੂਸ਼ਣ ਦੇ ਨਾਲ ਨਿਵਾਜਿਆ ਗਿਆ ਸੀ, ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੀ ਜੰਗ ਜਿੱਤੀ ਸੀ? ਮੁੱਖ ਮੰਤਰੀ ਨੇ ਬੜਾ ਅੱਜ ਤੰਗ ਕੱਸਿਆ ਹੈਗਾ ਕਿ ਉਹਨਾਂ ਨੇ ਕਿਹੜੀ ਇਹੋ ਜਿਹੀ ਜੰਗ ਜਿੱਤੀ ਸੀ ਜਿਹਦੇ ਕਰਕੇ ਉਹਨਾਂ ਨੂੰ ਇਹ ਦਿੱਤਾ ਗਿਆ। ਮੁੱਖ ਮੰਤਰੀ ਸਾਹਿਬ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਫਕਰੇ ਕੌਮ ਦਾ ਪੁਰਸਕਾਰ ਦਿਵਾਇਆ ਗਿਆ, ਅਵਾਰਡ ਦਿਵਾਇਆ ਗਿਆ, ਸਵਾਲ ਉਸ ਵੇਲੇ ਵੀ ਉੱਠੇ ਸਨ ਕਿ ਜਿਸ ਦੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੋਵੇ, ਜਿਸ ਬੰਦੇ ਦੀ ਸਰਕਾਰ ਦੇ ਵਿੱਚ ਪੰਜਾਬ ਦਾ ਜਿਹੜਾ ਸਭ ਤੋਂ ਪਹਿਲਾਂ ਅੱਗ ਲੱਗਣ ਵਾਲਾ ਕੰਮ ਸੀ 1978 ਦੇ ਵਿੱਚ ਨਿਰੰਕਾਰੀ ਕਾਂਡ ਵਾਪਰਿਆ ਹੋਵੇ, ਉਹਨੇ ਕਿਹੜਾ ਕੌਮ ਵਾਸਤੇ ਐਡਾ ਫਕਰੇ ਕਰਤਾ ਕਿ ਉਹਨੂੰ ਫਕਰੇ ਕੌਮ ਦਿੱਤਾ ਗਿਆ। ਅੱਜ ਤੱਕ ਜਿੰਨੇ ਜਥੇਦਾਰ ਅਕਾਲ ਤਖਤ ਦੇ, ਭਾਵੇਂ ਕਾਰਜਕਾਰੀ ਨੇ ਭਾਵੇਂ ਦੂਜੇ ਨੇ, ਪੱਕੇ ਜਥੇਦਾਰ ਨੇ, ਉਹ ਆਏ ਨੇ, ਉਹਨਾਂ ਨੇ ਇਸ ਗੱਲ ਨੂੰ ਸਪਸ਼ਟ ਨਹੀਂ ਕੀਤਾ ਕਿ ਦੱਸ ਤਾਂ ਦਿਓ ਕਿ ਬਾਦਲ ਸਾਹਿਬ ਨੇ ਫਕਰੇ ਕੌਮ ਵਾਸਤੇ ਕਿਹੜਾ ਕੰਮ ਕੀਤਾ ਜਿਹੜਾ ਤੁਸੀਂ ਫਕਰੇ ਕੌਮ ਦਾ ਅਵਾਰਡ ਦੇ ਰਹੇ ਹੋ। ਉਹਨਾਂ ਦੇ ਰਾਜ ਦੇ ਵਿੱਚ ਤਾਂ ਜੋ ਦੁਰਦਸ਼ਾ ਹੋਈ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇਸ ਤੋਂ ਇਲਾਵਾ ਜਿਹੜਾ ਦੇਹਧਾਰੀਆਂ ਨੇ ਮਤਲਬ ਲਲਕਾਰ ਕੇ ਗੁਰੂ ਗ੍ਰੰਥ ਸਾਹਿਬ ਚੁਰਾਇਆ, ਲਲਕਾਰ ਕੇ ਉਹਨਾਂ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦਾ ਸਾਂਗ ਕਰਕੇ ਲੋਕਾਂ ਨੂੰ ਅੰਮ੍ਰਿਤ ਦੀ ਤਰਜ਼ ਦੇ ਉੱਤੇ ਇਨਸਾਨੇ ਹਿੰਸਾ ਪਲਾਇਆ। ਉਹ ਬੰਦਿਆਂ ਦੇ ਡੇਰਿਆਂ ਦੇ ਵਿੱਚ ਜਾ ਕੇ ਬੈਠੇ, ਉਹਨਾਂ ਤੋਂ ਵੋਟਾਂ ਮੰਗਣ ਵਾਸਤੇ, ਜਦ ਕਿ ਸਿੱਖ ਪੰਥ ਦੇ ਵਿੱਚ ਇਹਨਾਂ ਦੇਹਧਾਰੀਆਂ ਦਾ, ਇਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਹੁੰਦਾ, ਤਾਂ ਉੱਥੇ ਜਾ ਕੇ ਇਹ ਵੱਡੇ ਕੱਦ ਵਾਲੇ ਆਗੂ ਜਿਹੜਾ 5 ਵਾਰ ਦਾ ਮੁੱਖ ਮੰਤਰੀ ਹੋਵੇ ਔਰ ਵੋਟਾਂ ਮੰਗਣ ਵਾਸਤੇ ਲੇਲੜੀਆਂ ਕੱਢੇ, ਇਹ ਲੋਕਾਂ ਨੂੰ ਸ਼ੋਭਦਾ ਨਹੀਂ। ਲੋਕਾਂ ਨੇ ਉਸ ਬੰਦੇ ਨੂੰ ਕਿਹੜਾ ਤੁਸੀਂ ਫਕਰੇ ਕੌਮ ਦਾ ਅਵਾਰਡ ਦਿੱਤਾ, ਇਹਦੇ ਬਾਰੇ ਇਹ ਜਥੇਦਾਰ ਸਾਹਿਬਾਨ ਚੁੱਪ ਕਿਉਂ ਨੇ? ਇਹ ਚੁੱਪ ਕਿਉਂ ਨਹੀਂ ਤੋੜਦੇ? ਜੇ 328 ਗੁਰੂ ਸਾਹਿਬ ਦੇ ਸਰੂਪ ਗਾਇਬ ਹੋਏ ਨੇ, ਸਰਪ੍ਰਸਤੀ ਕਿਹਦੀ ਹੈ? ਬਾਦਲ ਸਾਹਿਬ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ। ਕੱਲ ਇੱਕ ਚੈਨਲ ਤੇ ਇੰਟਰਵਿਊ ਵਿੱਚ ਮੈਂ ਬੀਬੀ ਜੀ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਵੀ ਇਹ ਤਾਂ ਚੋਣ ਹੁੰਦੀ ਹੈ, ਚੋਣ ਦੇ ਵਿੱਚੋਂ ਜਦੋਂ ਮੈਂਬਰ ਤੁਹਾਡੇ ਹੀ ਸਭ ਤੋਂ ਵੱਧ ਨੇਗੇ, ਭਾਵੇਂ ਚੋਣ ਕਰ ਲਓ ਭਾਵੇਂ ਵੈਸੇ ਐਲਾਨ ਕਰ ਦਿਓ, ਉਹਦਾ ਕੋਈ ਉਹ ਨਹੀਂ ਹੁੰਦਾ। ਪਰ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਹੈਗੀ ਹੈ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ ਉਹ ਘੱਟੋ ਘੱਟ ਇਹ ਤਾਂ ਜ਼ਰੂਰ ਦੱਸਣ ਕਿ ਬਾਦਲ ਸਾਹਿਬ ਨੇ ਕਿਹੜਾ ਕੌਮ ਵਾਸਤੇ ਫਕਰੇ ਕੌਮ ਵਾਲਾ ਕੰਮ ਕੀਤਾ, ਤੁਸੀਂ ਉਹਨਾਂ ਨੂੰ ਅਵਾਰਡ ਦਿੱਤਾ। ਜਦੋਂ ਵੀ ਇਸ ਤਰ੍ਹਾਂ ਦੇ ਅਵਾਰਡ ਦਿੱਤੇ ਜਾਂਦੇ ਨੇ ਤਾਂ
ਜਦੋਂ ਕੋਈ ਭਾਵੇਂ ਹੁਣ ਵੀ ਐਲਾਨ ਕੀਤਾ ਗਿਆ, ਜਿਹੜੇ ਪਹਿਲਾਂ ਵੀ ਦਿੱਤੇ ਗਏ ਨੇ ਉਹਨਾਂ ਤੇ ਕਿੰਤੂ ਉੱਠਦੇ ਆ ਕਿ ਆਹ ਲੋਕ ਕੁਝ ਅਜਿਹੇ ਨੇ ਜਿਨ੍ਹਾਂ ਨੂੰ ਇਹ ਪੁਰਸਕਾਰ ਕਿਉਂ ਦਿੱਤੇ ਜਾ ਰਹੇ ਨੇ। ਇਸੇ ਕਰਕੇ ਇਹਨਾਂ ਪੁਰਸਕਾਰਾਂ ਦੀ ਜਿਹੜੀ ਆ ਉਹ ਮਹਾਨਤਾ ਘਟਦੀ ਹੈ ਜਦੋਂ ਅਸੀਂ ਕਿਸੇ ਹਰੇਕ ਐਰੇ ਗੈਰੇ ਨੂੰ ਜਿਹੜਾ ਹੈਗਾ ਉਸ ਦੇ ਬਰਾਬਰ ਜਾ ਬਹਾਉਂਦੇ ਹਾਂ। ਉਹ ਲੋਕ ਜਿਨ੍ਹਾਂ ਨੇ ਘਾਲਣਾ ਘਾਲਤੀਆਂ, ਬਹੁਤ ਵੱਡੀ ਪੱਧਰ ਦੇ ਉੱਤੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰਤੀਆਂ, ਉਹਨਾਂ ਨੇ ਕਦੇ ਇਹਨਾਂ ਪੁਰਸਕਾਰਾਂ ਦੀ ਆਸ ਵੀ ਨਹੀਂ ਰੱਖੀ ਕਿ ਜਨਤਾ ਨੇ ਜੇ ਸਾਨੂੰ ਸਵੀਕਾਰ ਲਿਆ ਉਸ ਤੋਂ ਵੱਡਾ ਕੋਈ ਗੱਲ ਨਹੀਂ ਹੁੰਦਾ। ਲੋਕ ਜਨਤਾ ਸਾਡੇ ਪੁਰਸਕਾਰ ਹੁੰਦੇ ਨੇ। ਹੁਣ ਇਹ ਪੁਰਸਕਾਰ ਵਾਪਸ ਕੀਤਾ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਬੇਲੇ ਦੇ ਰਾਹ ਕਵੇਲੇ ਦੀਆਂ ਟੱਕਰਾਂ। ਅੱਜ ਮੈਂ ਕੱਲ੍ਹ ਇੱਕ ਥਾਂ ਤੇ ਬੀਬਾ ਜੀ ਦਾ ਭਾਸ਼ਣ ਸੁਣ ਰਿਹਾ ਸੀ, ਸਾਡੇ ਸਾਬਕਾ ਜਿਹੜੇ ਮੰਤਰੀ ਨੇ ਬੀਬਾ ਹਰਸਿਮਰਤ ਕੌਰ ਬਾਦਲ। ਉਹ ਕਹਿੰਦੇ ਵੀ ਸਾਨੂੰ ਤਾਂ ਇੰਨੇ ਉੱਲੇ 'ਚ ਰੱਖਿਆ ਗਿਆ, ਸਾਨੂੰ ਤਾਂ ਦੱਸੇ ਹੀ ਨਹੀਂ ਗਿਆ। ਫਿਰ ਤੁਸੀਂ ਪੜ੍ਹੇ ਲਿਖੇ ਸੀ ਜਾਂ ਅਨਪੜ੍ਹ ਸੀ? ਏਜੰਡਾ ਪਹਿਲਾਂ ਆਉਂਦਾ, ਬੀਬੀ ਜੀ ਤੁਸੀਂ ਕਿਹਨੂੰ ਬੇਵਕੂਫ ਬਣਾ ਰਹੇ ਹੋ? 12 ਤਰੀਕ ਤੱਕ ਤਾਂ ਤੁਸੀਂ ਸੋਹਲੇ ਗਏ, ਜਦੋਂ ਤੁਸੀਂ ਅਸਤੀਫਾ ਦੇਤਾ ਤੁਸੀਂ ਤਾਂ ਉਦੋਂ ਬਾਅਦ ਵੀ ਸੋਹਲੇ ਗਾਈ ਗਏ ਕਿ ਇਹ ਤਾਂ ਕਾਨੂੰਨ ਹੀ ਬਹੁਤ ਚੰਗੇ ਸੀ। ਜਦੋਂ ਤੁਹਾਨੂੰ ਪਾਸੇ ਰੱਖਿਆ ਗਿਆ ਤੁਸੀਂ ਤਾਂ ਪੜ੍ਹੇ ਨਹੀਂ, ਫਿਰ ਤੁਸੀਂ ਸੋਹਲੇ ਕਿਹਦੇ ਗਾਏ? ਤੇ ਤੁਹਾਡੇ ਧਰਮ ਦੇ ਪਤੀ ਜਿਹੜੇ ਨੇ, ਪਤੀ ਦੇਵ ਜੀ ਨੇ ਵੀ ਕਦੇ ਚਿੱਠੀ ਲਿਆਉਂਦੇ ਹਨ ਨਰਿੰਦਰ ਤੋਮਰ ਦੀ, ਕਦੇ ਕੁਛ ਕਰਦੇ ਸੀ ਕਦੇ ਕੁਛ ਕਰਦੇ ਸੀ। ਅਖੀਰ ਤੱਕ ਤਾਂ ਉਦੋਂ ਛੱਡਣਾ ਪਿਆ ਜਦੋਂ ਕੋਈ ਪਾਸੇ ਦਾ ਚਾਰਾ ਨਾ ਰਿਹਾ। ਤਾਂ ਜੇ ਤੁਸੀਂ ਪੜ੍ਹੇ ਨਹੀਂ, ਤੁਸੀਂ ਉਹਲੇ 'ਚ ਨਹੀਂ ਰੱਖਿਆ, ਤੁਹਾਨੂੰ ਤਾਂ ਉਹਲੇ 'ਚ ਰੱਖਿਆ ਗਿਆ, ਫਿਰ ਤੁਸੀਂ ਇਹ ਕਾਹਦਾ, ਤੁਸੀਂ ਦੱਸੋ ਤਾਂ ਸਹੀ ਨਾ, ਤੁਸੀਂ ਕਾਹਦੇ ਮਤਲਬ ਸੋਹਲੇ ਗਾਏ ਸੀਗੇ ਕਿ ਇਹ ਤਾਂ ਪੜ੍ਹੇ ਤਾਂ ਤੁਸੀਂ ਹੈ ਨਹੀਂ ਸੀ। ਉਸ ਤੋਂ ਬਾਅਦ ਹੀ ਤੁਸੀਂ ਸੋਹਲੇ ਗਾਈ ਗਏ, ਕਿੱਡੀ ਹਾਸੋਹੀਣੀ ਗੱਲ ਹੈ। ਔਰ 12 ਸਤੰਬਰ ਤੱਕ 5 ਜੂਨ ਤੋਂ ਲੈ ਕੇ ਤੁਸੀਂ ਸੋਹਲੇ ਗਾਏ। ਤੁਸੀਂ ਕਿਹਾ, ਤੁਹਾਡੇ ਪਤੀ ਦੇਵ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੀਬੀ ਜੀ ਨੇ ਤਾਂ ਇਹਨਾਂ ਦੀ ਵਿਰੋਧਤਾ ਕੀਤੀ ਸੀ। ਮੈਂ ਤੁਹਾਡੀ ਗੱਲ 100% ਮੰਨਦਾ ਹਾਂ। ਜੇ ਬੀਬੀ ਜੀ ਨੇ ਵਿਰੋਧਤਾ ਕੀਤੀ ਸੀ, ਫਿਰ 12 ਸਤੰਬਰ ਤੱਕ ਤੁਸੀਂ ਕਿਉਂ ਇਹਨਾਂ ਦੇ ਪਿੱਛੇ ਬਹਿ ਕੇ ਇਹਨਾਂ ਦੇ ਜਿਹੜੇ ਪ੍ਰਚਾਰ ਕੀਤਾ, ਇਹਨਾਂ ਦੇ ਹੱਕ 'ਚ ਪ੍ਰਚਾਰ ਕੀਤਾ, ਉਹ ਕਿਸ ਕਰਕੇ ਕੀਤਾ ਸੀ? ਇਹ ਵੀ ਸਪਸ਼ਟ ਕਰ ਦਿਓ। ਬਾਦਲ ਸਾਹਿਬ ਅੱਜ ਇਹ ਪਦਮ ਭੂਸ਼ਣ ਵਾਪਸ ਕਰ ਰਹੇ ਨੇ, ਜਿਹਦੇ ਬਾਰੇ ਕੈਪਟਨ ਸਾਹਿਬ ਨੇ ਬਹੁਤ ਵੱਡਾ ਆਇਆ ਕਿ ਬਾਦਲ ਸਾਹਿਬ ਨੇ ਆਫਟਰ ਆਲ ਕਿਹੜੀ ਜੰਗ ਜਿੱਤੀ ਸੀ ਜਿਹਦੇ ਕਰਕੇ ਇਹ ਪਦਮ ਭੂਸ਼ਣ ਦਿੱਤੇ ਗਏ। ਇਹੀ ਕਾਰਨ ਹੈ ਕਿ ਜਦੋਂ ਇਹ ਪੁਰਸਕਾਰ ਦਿੱਤੇ ਜਾਂਦੇ ਨੇ ਉਹ ਲੋਕਾਂ ਨੂੰ ਦੇ ਦਿੱਤੇ ਜਾਂਦੇ ਨੇ ਜਿਨ੍ਹਾਂ ਦਾ ਉਹਦੇ ਨਾਲ ਦੂਰ ਦਾ ਰਸਤਾ ਨਹੀਂ ਹੁੰਦਾ। ਉਦੋਂ ਇਹਨਾਂ ਜਿਹੜੇ ਇਹ ਪੁਰਸਕਾਰ ਨੇ ਇਹਨਾਂ ਦੀ ਮਹਾਨਤਾ ਵੀ ਖਤਮ ਹੁੰਦੀ ਹੈ, ਇਹਨਾਂ ਦੀ ਮਾਨਤਾ ਵੀ ਖਤਮ ਹੁੰਦੀ ਹੈ, ਉਹ ਵੀ ਪ੍ਰਭਾਵਿਤ ਹੁੰਦੀ ਹੈ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਕਿਉਂਕਿ ਤੁਸੀਂ ਸਿਆਸਤਾਂ ਕੀਤੀਆਂ, ਜੇ ਉਸ ਵੇਲੇ ਬਾਦਲ ਸਾਹਿਬ ਚੁੱਪ ਰਹੇ ਹੁੰਦੇ ਤਾਂ ਅੱਜ ਜਦੋਂ ਉਹਨਾਂ ਨੇ ਇਹ ਵਾਪਸ ਕੀਤਾ ਸੀ ਤਾਂ ਉਹਨਾਂ ਦਾ ਸਭ ਤੋਂ ਉੱਚਾ ਉਹ ਹੁੰਦਾ। ਪਰ ਉਹ ਕਿਹੜੇ ਮੂੰਹ ਨਾਲ ਵਾਪਸ ਕਰਦੇ ਨੇ ਜਿਨ੍ਹਾਂ ਨੇ ਤਾਂ ਬਹੁਤ ਸੋਹਲੇ ਗਾਏ ਸੀ ਕਿ ਇਹ ਕਾਨੂੰਨਾਂ ਨੇ ਤਾਂ ਜੀ ਦੇਖੋ ਕਿਸਾਨਾਂ ਦੀ ਕਾਇਆ ਕਲਪ ਕਰ ਦੇਣੀ ਹੈ। ਤਾਂ ਦੋਹਾਂ 'ਚੋਂ ਤੁਸੀਂ ਕਦੋਂ ਸੱਚੇ ਹੋ ਇਹ ਵੀ ਲੋਕਾਂ ਨੂੰ ਸਪਸ਼ਟ ਕਰ ਦਿਓ, ਇਹ ਤੁਹਾਡੇ ਤੋਂ ਲੋਕ ਮੰਗਦੇ ਨੇ। ਸੋ ਅੱਜ ਹਰ ਪਾਸੇ ਵੱਲ ਕੱਲਾ ਕੱਲਾ ਬੱਚਾ ਭਾਵੇਂ ਉਹ ਕਿਸੇ ਰੂਪ ਦੇ ਵਿੱਚ ਹੈ, ਉਹ ਕਿਸਾਨਾਂ ਦੇ ਨਾਲ ਡਟਿਆ ਹੋਇਆ। ਇੱਕ ਗੱਲ ਬੜੀ ਕੀਮਤੀ ਅਤੇ ਕਰਨ ਵਾਲੀ ਹੈ ਨਵਦੀਪ, ਪਰਸੋਂ ਚੌਥੇ ਦੀ ਇਹ ਕੁਝ ਚੈਨਲਾਂ ਦੇ ਉੱਤੇ ਤੇ ਕੁਝ ਹੋਰ ਮੀਡੀਆ ਸੈਂਟਰਾਂ ਦੇ ਉੱਤੇ ਤੇ ਅਖਬਾਰਾਂ ਦੇ ਵਿੱਚ ਚੱਲ ਰਹੀ ਹੈ ਕਿ ਕੁਝ 5-7 ਕਿਸਾਨ ਇਕੱਠੇ ਹੋ ਕੇ ਸਿੰਘਵੀ ਦੇ ਕੋਲ ਇੱਕ ਘਰ ਦੇ ਵਿੱਚ ਸਿੰਘੂ ਬਾਰਡਰ ਦੇ ਕੋਲ ਗਏ ਤਾਂ ਉੱਥੇ ਇੱਕ ਲੜਕੀ ਇਕੱਲੀ ਸੀ ਘਰ ਦੇ ਵਿੱਚ। ਉਹਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਬੇਟਾ ਅਸੀਂ ਨਾ ਕੱਪੜੇ ਧੋਣੇ ਨੇ, ਸਾਨੂੰ ਦੱਸੋ ਤੁਹਾਡਾ ਬਾਥਰੂਮ ਕਿਹੜੇ ਪਾਸੇ ਹੈ। ਉਹ ਕਹਿਣ ਲੱਗੀ ਕਿ ਜਦੋਂ ਤੁਸੀਂ ਮੈਨੂੰ ਬੇਟਾ ਕਹਿ ਰਹੇ ਹੋ ਤਾਂ ਲਿਆਓ ਤੁਹਾਡੇ ਕੱਪੜੇ ਕਿੱਥੇ ਨੇ ਵੀ ਮੈਂ। ਉਹ ਕਹਿੰਦੇ ਵੀ ਅਸੀਂ ਕੁੜੀਆਂ ਤੋਂ ਆਪਣੇ ਕੱਪੜੇ ਨਹੀਂ ਧਵਾਉਂਦੇ। ਤੇ ਉਹਨੇ ਕਿਹਾ ਬੜੇ ਸਤਿਕਾਰ ਨਾਲ, ਦੱਸਿਆ ਜਾਣਾ ਵੀ ਬ੍ਰਾਹਮਣ ਪਰਿਵਾਰ ਚੋਂ ਸੀ, ਬਈ ਇੱਕ ਪਾਸੇ ਪਿਤਾ ਜੀ ਕਹਿੰਦੇ ਹੋ, ਬੇਟਾ ਕਹਿੰਦੇ ਹੋ। ਮੈਂ ਪਹਿਲੀ ਗੱਲ ਤਾਂ ਇਸ ਗੱਲ ਦੀ ਕੁੜੀ ਨਹੀਂ, ਮੈਂ ਨੂੰਹ ਹੈ। ਜਦੋਂ ਤੁਸੀਂ ਪਿਤਾ ਸਮਾਨ ਮੇਰੇ ਕੋਲੇ ਆਇਓ ਇਹ ਮੈਂ ਧੋਵਾਂਗੀ ਤੇ ਤੁਸੀਂ ਮੈਨੂੰ ਪਕੜਾਓ, ਮਸ਼ੀਨ ਮੇਰੇ ਕੋਲੇ ਪਈ ਹੈ। ਅੱਧੇ ਘੰਟੇ ਦੇ ਵਿੱਚ ਜੀ ਉਹਨਾਂ ਫੁੱਲੀ ਕਹਿੰਦੇ ਉਹ ਆਟੋਮੈਟਿਕ ਉਹਨਾਂ ਦੀ ਮਸ਼ੀਨ ਸੀ, ਕੱਪੜੇ ਧੋ ਕੇ ਉਹਨਾਂ ਨੂੰ ਫੜਾਤੇ। ਨਾਲ ਕਿਹਾ ਕਿ ਅੰਕਲ ਜੇ ਤੁਸੀਂ ਮੈਨੂੰ ਅੱਧਾ ਘੰਟਾ ਹੋਰ ਦੇ ਦਿਓ ਮੈਂ ਪ੍ਰੈਸ ਵੀ ਕਰ ਦਿੰਦੀ ਹਾਂ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿੱਥੇ ਇੱਕ ਪਾਸੇ ਉਹ ਜਿਹੜੀ ਕੰਗਣਾ ਰਨ ਆਊਟ ਆ ਕੀ ਹੈ ਕੀ ਨਹੀਂ ਹੈ ਨਾ, ਤੇ ਦੂਜੇ ਪਾਸੇ ਇਹ ਲੜਕੀ ਜਿਹਨੇ ਉੱਥੇ ਇਸ ਤਰ੍ਹਾਂ ਦਾ ਕੰਮ ਕੀਤਾ, ਉਹ ਮਾਤਾਵਾਂ ਜਿਹੜੀਆਂ ਹੱਥ ਜੋੜਦੀਆਂ ਨੇ ਔਰਤਾਂ ਦੇ ਕੋਲ ਜਾ ਕੇ ਕਿ ਆਓ ਸਾਡੇ ਘਰਾਂ ਦੇ ਵਿੱਚ ਬਾਥਰੂਮ ਖੁੱਲ੍ਹੇ ਨੇ, ਤੁਸੀਂ ਪਖਾਨੇ ਵਰਤੋ, ਗੁਸਲਖਾਨੇ ਵਰਤੋ, ਗਰਮ ਪਾਣੀ ਸਾਡੇ ਘਰ 'ਚ ਅਵੇਲੇਬਲ ਆ, ਅਸੀਂ ਤੁਹਾਨੂੰ ਦੇਵਾਂਗੇ। ਇੱਥੋਂ ਤੱਕ ਕਿ ਇੱਕ ਬਹੁਤ ਵੱਡਾ ਢਾਬਾ ਜਿਹੜਾ ਸੁਖਦੇਵ ਢਾਬਾ ਹੈ, ਉਹਨਾਂ ਨੇ ਵੀ ਕਈ ਦਿਨਾਂ ਤੋਂ ਲੰਗਰ ਲਾਇਆ ਹੋਇਆ। ਕਈ ਇੱਕ ਬਠਿੰਡਾ, ਇੱਕ ਜੀਂਦ ਦੇ ਵਿੱਚ ਪੈਟਰੋਲ ਪੰਪ ਵਾਲੇ ਨੇ ਕਿ ਜਿਹੜੇ ਕਿਸਾਨ ਵਾਲੇ ਪਾਸੇ ਜਾ ਰਹੇ ਨੇ, ਅੰਦੋਲਨ ਵਿੱਚ ਟਰੈਕਟਰ ਜਾ ਰਹੇ ਨੇ, ਆਓ ਟੈਂਕੀਆਂ ਫੁੱਲ ਕਰਾ ਕੇ ਲੈ ਕੇ ਜਾਓ, ਫ੍ਰੀ ਦੇ ਵਿੱਚ ਉਹ ਵਰਤ ਰਹੇ ਨੇ।
ਉਹਨਾਂ ਲੋਕਾਂ ਨੂੰ ਸਲਾਮ ਕਰਨਾ ਬਣਦਾ। ਦੂਜੇ ਪਾਸੇ ਜਿਹੜੇ ਜਿਨ੍ਹਾਂ ਨੂੰ ਬੀਜੇਪੀ ਦੀ ਤਾਜੀ ਪੁੱਠ ਚੜ੍ਹੀ ਹੈ, ਉਹ ਲੋਕ ਜਿੱਦਾਂ ਦੀਆਂ ਗੱਲਾਂ ਕਰਦੇ ਨੇ, ਭਾਵੇਂ ਉਹ ਕੰਗਨਾ ਰਣੌਤ ਹੋਵੇ ਜਾਂ ਕੋਈ ਹੋਰ ਉਹਦੇ ਵਰਗੇ ਕੰਗਨਾ ਸ਼ੰਗਣਾ ਹੋਵੇ, ਉਹ ਜਿਹੜੀਆਂ ਗੱਲਾਂ ਕਰਦੇ ਨੇ ਇਹ ਸ਼ੋਭਾ ਨਹੀਂ ਦਿੰਦੀਆਂ। ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ, ਇਹ ਜਿਨ੍ਹਾਂ ਦੀ ਪੁੱਠ ਤੈਨੂੰ ਚੜੀ ਵੀ ਆ ਬੀਬਾ ਜੀ, ਇਹਨਾਂ ਨੇ ਤੈਨੂੰ ਸਿਖਰ ਤੋਂ ਲਿਜਾ ਕੇ ਸਿੱਟ ਦੇਣਾ, ਪਹਿਲਾਂ ਬਥੇਰਿਆਂ ਨੂੰ ਸਿੱਟਿਆ ਹੈਗਾ। ਇਹ ਸਿਆਸੀ ਲੋਕਾਂ ਦਾ ਕੋਈ ਦੀਨ ਮਾਨ ਨਹੀਂ ਹੁੰਦਾ, ਇਹਨਾਂ ਨੇ ਸਿਆਸਤ ਸਿੱਧੀ ਕਰਨੀ ਹੈ। ਜੇ ਤੇਰੀ ਥਾਂ ਦੇ ਉੱਤੇ ਕੋਈ ਹੋਰ ਨਵੀਂ ਰੰਗਣਾ ਆ ਗਈ, ਇਹਨਾਂ ਨੇ ਉਹਨੂੰ ਅਪਣਾ ਲੈਣਾ ਹੈਗਾ, ਤੈਨੂੰ ਧੜਮ ਦੇਣੇ ਚੱਕ ਕੇ ਉੱਪਰ ਤੋਂ ਸਿਖਰ ਤੋਂ ਥੱਲੇ ਮਾਰਨਗੇ। ਸੋ ਜਿੱਡੀ ਉਮਰ ਹੈ, ਜਿੱਡੀ ਉਮਰ ਦੀ ਔਰਤ ਨਾਲ ਤੂੰ ਗੱਲ ਕਰਦੀ ਆ, ਕੋਈ ਉਮਰ ਦਾ ਤਕਾਜ਼ਾ ਰੱਖ ਕੇ ਹੋਸ਼ ਤੋਂ ਕੰਮ ਲਿਆ ਕਰੋ। ਮੈਂ ਇੱਕ ਵਾਰੀ ਫਿਰ ਇਹ ਗੱਲ ਕਹਿਣਾ ਨਵਦੀਪ ਜੀ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਬਹੁਤ ਹੀ ਮਹੱਤਵਪੂਰਨ ਮੀਟਿੰਗ ਹੈ। ਹੁਣ ਮੀਟਿੰਗਾਂ ਬਹੁਤ ਹੋ ਗਈਆਂ, ਸਰਕਾਰ ਨੇ ਜੇ ਕੁਝ ਕਰਨਾ ਹੈ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਐਲਾਨ ਕਰ ਦੇਵੇ। ਮੈਂ ਸਮਝਦਾ ਜਿਹੜੀ ਗੱਲ ਮੈਨੂੰ ਕਿਸੇ ਪਾਸੋਂ ਜਿਹੜੀ ਆਪਾਂ ਪਹਿਲਾਂ ਕਹਿ ਕੇ ਹਟੇ ਹਾਂ ਕਿ ਹੋ ਸਕਦਾ ਅੱਜ ਦੀ ਮੀਟਿੰਗ ਦੇ ਵਿੱਚ ਕੁਝ ਸਮੇਂ ਲਈ ਇਹਨਾਂ ਕਾਨੂੰਨਾਂ ਨੂੰ ਅੱਗੇ ਪਾ ਦਿੱਤਾ ਜਾਵੇ। ਜੀ, ਤੇ ਉਧਰ ਅਸੀਂ ਗੱਲ ਕਰਾਂਗੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਦੀ ਕਿ ਭਗਵੰਤ ਮਾਨ ਵੱਲੋਂ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਉਹ ਕਹਿ ਰਹੇ ਨੇ ਕਿ ਸੰਸਦ ਦੇ ਵਿੱਚ ਇਜਲਾਸ ਜਿਹੜਾ ਉਹ ਸੱਦਿਆ ਜਾਵੇ ਕਿਸਾਨ ਅੰਦੋਲਨ ਦੇ ਜ਼ਰੀਏ। ਦੇਖੋ, ਜਿਹੜੀ ਗੱਲ ਉਹ ਕਹਿੰਦੇ ਨੇ ਉਹ ਹੈਗੇ ਆ ਦੂਜੇ ਪੜਾਅ ਤੇ। ਜੀ, ਜੇ ਭਾਰਤੀ ਜਨਤਾ ਪਾਰਟੀ ਕਹਿੰਦੀ ਆ ਵੀ ਇਸ ਤਾਂ ਮੰਨਣਾ ਹੀ ਨਹੀਂ, ਜਦੋਂ ਪਹਿਲਾਂ ਮੰਨੀ ਗਈ ਸੀ ਕਿ ਸਾਰੀਆਂ ਵਿਰੋਧੀ ਧਿਰ ਵਾਲਿਆਂ ਨੇ ਉਦੋਂ ਜਿਹੜੀ ਆਪਦੀ ਭੂਮਿਕਾ ਉਹ ਸਹੀ ਨਿਭਾਈ ਸੀ। ਜਿਸ ਤਰ੍ਹਾਂ ਰਾਜ ਸਭਾ ਦੇ ਵਿੱਚੋਂ ਇਹ ਪਾਸ ਕਰਾਏ ਗਏ, ਲੋਕ ਸਭਾ ਦੇ ਵਿੱਚ ਤੁਸੀਂ ਉੱਥੇ ਧਰਨਿਆਂ ਤੇ ਕਿਉਂ ਨਾ ਬੈਠੇ ਕਿ ਇਹ ਤੇ ਬਹਿਸ ਹੋਰ ਅੱਗੇ ਤੱਕ ਕੀਤੀ ਜਾਵੇ। ਚੱਲਦਾ ਸੈਸ਼ਨ 'ਚ ਵਿੱਚੇ ਵਿਚਾਲੇ ਛੱਡ ਕੇ ਤੁਰ ਆਏ ਨੇ। ਜਿਹੜਾ ਕੁਝ ਉਦੋਂ ਕਰ ਲਿਆ ਉਹ ਕੁਝ ਤੁਸੀਂ ਸੈਸ਼ਨ 'ਚ ਹੁਣ ਕਰ ਲਓਗੇ। ਪਹਿਲਾਂ ਅੱਜ ਦੀ ਮੀਟਿੰਗ ਦੇ ਵਿੱਚ ਇਹ ਐਲਾਨ ਕਰਨ ਕਿ ਅਸੀਂ ਇਹਨਾਂ ਨੂੰ ਰੱਦ ਕਰਨਾ। ਸੈਸ਼ਨ ਤਾਂ ਹੀ ਬੁਲਾਇਆ ਜਾਵੇਗਾ ਨਾ ਜੇ ਸਰਕਾਰ ਕਹੇ ਕਿ ਇਹਨਾਂ ਕਾਨੂੰਨਾਂ ਨੂੰ ਸੈਸ਼ਨ ਵਿੱਚ ਸਰਬਸੰਮਤੀ ਨਾਲ ਅਸੀਂ ਪਾਸ ਕਰਦੇ ਹਾਂ ਕਿ ਇਹ ਰੱਦ ਕੀਤੇ ਗਏ ਨੇ। ਉਸ ਤੋਂ ਪਹਿਲਾਂ ਕਾਨੂੰਨ ਸੈਸ਼ਨ ਬੁਲਾਉਣ ਦਾ ਕੋਈ ਫਾਇਦਾ ਨਹੀਂ ਨਿਕਲਣਾ। ਬਿਲਕੁਲ। ਤੇ ਜਾਂਦੇ ਜਾਂਦੇ ਅਸੀਂ ਗੱਲ ਕਰਾਂਗੇ ਕਿ ਸੁਪਰੀਮ ਕੋਰਟ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਮੁਆਫੀ ਦੇ ਵਿੱਚ ਦੇਰੀ ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਕਿ ਆਖਿਰਕਾਰ ਇੰਨੀ ਦੇਰੀ ਹੋਈ ਤਾਂ ਹੋਈ ਕਿਵੇਂ। ਇਹ ਜਿਹੜਾ ਮਾਮਲਾ ਮੈਨੂੰ ਇਉਂ ਲੱਗਦਾ ਇਹ ਤਾਜ਼ਾ ਕਿਸਾਨ ਸੰਘਰਸ਼ ਨੂੰ ਮੋੜਾ ਕੱਟਣ ਦਾ ਇੱਕ ਕੰਮ ਹੈਗਾ। ਇਹ ਕਈ ਸਾਲਾਂ ਤੋਂ ਚੱਲਦਾ ਹੈਗਾ, ਕਈ ਸਾਲਾਂ ਤੋਂ ਤੁਰਿਆ ਫਿਰਦਾ ਹੈ। ਬਲਵੰਤ ਸਿੰਘ ਰਾਜੋਆਣਾ ਕਈ ਵਾਰੀ ਕਹਿ ਚੁੱਕਿਆ ਕਿ ਮੈਂ ਕਿਸੇ ਤੋਂ ਮਾਫੀ ਨਹੀਂ ਮੰਗਣੀ। ਬਲਵੰਤ ਸਿੰਘ ਰਾਜੋਆਣਾ ਇਹ ਵੀ ਕਹਿ, ਉਹਨਾਂ ਨੇ ਕੋਈ ਅਪੀਲ ਦਲੀਲ ਕਿਤੇ ਨਹੀਂ ਕੀਤੀ ਆਪਦੀ ਫਾਂਸੀ ਦਿਓ, ਕਹਿੰਦੇ ਮੈਂ ਕੀਤਾ ਇਸ ਕੰਮ ਦਾ, ਮੈਨੂੰ ਫਾਂਸੀ ਦਿਓ, ਜਲਦੀ ਤੋਂ ਜਲਦੀ ਦਿਓ। ਬਲਵੰਤ ਸਿੰਘ ਰਾਜੋਆਣਾ ਪਟਿਆਲੇ ਦੇ ਵਿੱਚ ਇੱਕ ਵੱਡੇ ਅਖਬਾਰ ਦੇ ਜਿਹੜੇ ਪੱਤਰਕਾਰ ਸੀ ਉਹਨਾਂ ਦਾ ਗਨਮੈਨ ਹੁੰਦਾ ਸੀ, ਅੰਗ ਰੱਖਿਅਕ ਹੁੰਦਾ ਸੀ। ਉਹਨਾਂ ਨੇ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਹੋਈ ਹੈ। ਸੋ ਜੇ ਹੁਣ ਇਹਦਾ ਜਵਾਬ ਮੰਗਿਆ ਤਾਂ ਸਿਆਸੀ ਹਲਕਿਆਂ ਦੇ ਵਿੱਚ ਕੱਲ੍ਹ ਦੀ ਚਰਚਾ ਚੱਲ ਰਹੀ ਹੈ ਕਿ ਸ਼ਾਇਦ ਇਹ ਮਾਮਲੇ ਨੂੰ ਕਿਸੇ ਹੋਰ ਪਾਸੇ ਵੱਲ ਮੋੜਨ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ। ਇਹ ਕਾਨੂੰਨੀ ਮਾਮਲਾ ਹੈ। ਇਹ ਕਾਨੂੰਨੀ ਮਾਮਲੇ ਦੇ ਵਿੱਚ ਜਿਹੜੇ ਕਾਨੂੰਨ ਦੇ ਮਾਹਰ ਨੇ, ਸੀਨੀਅਰ ਵਕੀਲ ਨੇ, ਫੂਲਕਾ ਸਾਹਿਬ ਵਰਗੇ, ਉਹੇ ਜਿਹੇ ਲੋਕ ਇਹਦੇ ਤੇ ਜ਼ਿਆਦਾ ਟਿੱਪਣੀ ਕਰ ਸਕਦੇ ਆ ਕਿ ਜੇ ਸਰਕਾਰ ਨੇ ਮੰਗਿਆ ਤਾਂ ਕਿਤੇ ਇਹ ਤਾਂ ਨਹੀਂ ਹੈ ਕਿ ਜਿਹੜੀ ਆ ਦੋ ਧਿਰਾਂ 12 ਸਤੰਬਰ ਤੋਂ ਬਾਅਦ ਟੁੱਟੀਆਂ ਤੇ ਅੱਜ ਆਪਦੇ ਆਪ ਨੂੰ ਵੱਖਰਾ ਐਲਾਨ ਰਹੀਆਂ ਨੇ, ਅੰਦਰ ਖਾਤੇ ਉਹਨਾਂ ਦੀ ਕੋਈ ਖਿਚੜੀ ਪੱਕਦੀ ਹੋਵੇ। ਇਹਦੇ ਬਾਰੇ ਮਤਲਬ ਅਜੇ ਵੀ ਲੋਕਾਂ ਨੂੰ ਸ਼ੰਕੇ ਨੇ, ਪਰ ਜਵਾਬ ਮੰਗਿਆ ਗਿਆ ਇਸ ਮਾਮਲੇ ਦੇ ਵਿੱਚ ਤਾਂ ਉਹਦਾ ਜਵਾਬ ਇਹ ਕੀ ਦਿੰਦੇ ਨੇ ਉਹ ਸਿਆਸੀ ਮਾਹਰ ਨੇ ਜਿਹੜੇ ਉਹ ਜ਼ਿਆਦਾ ਇਸ ਤਰੀਕੇ ਦੇ ਵਿੱਚ ਦੱਸਣਗੇ ਕਿ ਇਹਦੇ ਜਿਹੜੇ ਕਾਨੂੰਨੀ ਪੱਖਤੇ ਤੋਂ ਕਿਹੜੇ ਜਿਹੜੇ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਇਹਦਾ ਜਵਾਬ ਹੈ। ਜੇ ਆਪਾਂ ਦੂਜਾ ਤਰੀਕਾ ਦੇਖਿਆ ਜਾਵੇ, ਬਲਵੰਤ ਸਿੰਘ ਰਾਜੋਆਣਾ ਨੇ ਜੋ ਕਤਲ ਕੀਤਾ, ਉਹਨਾਂ ਨੇ ਤਕਰੀਬਨ 20 ਸਾਲ ਤੋਂ ਵੱਧ ਦੀ ਸਜ਼ਾ ਜਿਹੜੀ ਹੈ, 20 ਤੋਂ ਕਿਉਂ ਇਸ ਤੋਂ ਵੀ ਵੱਧ, 95 ਦੇ ਲਗਭਗ ਦਾ ਇਹ ਮਾਮਲਾ ਹੈਗਾ। 95 ਤੋਂ ਲੈ ਕੇ ਹੁਣ ਤੱਕ 25 ਸਾਲ ਦੇ ਕਰੀਬ ਜਿਹੜੀ ਉਹਨਾਂ ਨੇ ਇਹ ਸਜ਼ਾ ਭੁਗਤ ਲਈ ਹੈ। ਜੇਲ੍ਹ ਮੈਨੂਅਲ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਜੇਲ੍ਹ ਦੌਰਾਨ ਉਹਦਾ ਕਿਹੋ ਜਿਹਾ ਵਰਤਾਓ ਹੈ, ਉਸ ਵੇਲੇ ਇਹ ਫਾਂਸੀ ਦੀ ਮਾਫੀ ਵੀ ਹੋ ਜਾਇਆ ਕਰਦੀ ਹੈ। ਜੇ ਇਹ ਪਿਰਤ ਅੱਜ ਇਸ ਪਾਸੇ ਵੱਲ ਜਾਣਗੇ, ਕੱਲ੍ਹ ਨੂੰ ਸਰਸੇ ਵਾਲਾ ਵੀ ਮਾਫੀ ਮੰਗਣ ਵਾਸਤੇ ਤਿਆਰ ਬੈਠਾ ਹੈਗਾ ਵੀ ਉਹਨੂੰ ਵੀ ਹਰਿਆਣੇ ਦੀ ਸਰਕਾਰ ਹੈ ਜਿਹੜੀ ਉਹ ਕਈ ਤਰ੍ਹਾਂ ਦੀਆਂ ਵਿਉਂਤਬੰਦੀਆਂ ਕਰ ਰਹੀ ਹੈ ਕਿ ਸਾਨੂੰ ਮਾਫੀ ਦਿੱਤੀ ਜਾਵੇ। ਇਸ ਤੋਂ ਇਲਾਵਾ ਇਹਦੇ ਵਿੱਚ ਜ਼ਿਆਦਾ ਮੈਂ ਸਮਝਦਾ
ਕਿ ਜਿਹੜੇ ਕਾਨੂੰਨੀ ਮਾਹਰ ਨੇ ਉਹ ਆਪਦੀ ਰਾਏ ਦੱਸ ਸਕਦੇ ਆ ਕਿ ਇਹਦੀ ਕਾਨੂੰਨੀ ਮਾਨਤਾ ਹੈ ਕੀ ਹੈ। ਇੱਕ ਜਿਹੜਾ HS ਫੂਲਕਾ ਨੇ ਪੰਜਾਬ ਬਾਰ ਕੌਂਸਲ ਨੂੰ ਕਿਹਾ, ਪੰਜਾਬ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਨੂੰ, ਜਿਵੇਂ ਹਰਿਆਣੇ ਪੰਜਾਬ ਸੁਪਰੀਮ ਕੋਰਟ ਦੇ ਵਕੀਲਾਂ ਦਾ ਪੈਨਲ ਜਿਹੜੀ ਉੱਥੋਂ ਦੀ ਬਾਰ ਐਸੋਸੀਏਸ਼ਨ ਹੈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਆਈ ਆ। ਉਹਨਾਂ ਨੇ ਕਿਹਾ ਤੁਸੀਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਡਟ ਕੇ ਅੱਗੇ ਆਓ। ਮੈਂ ਫਿਰ ਇਹ ਰਾਜੋਆਣਾ ਦੀ ਜਿਹੜੀ ਹੈਗੀ ਆ ਉਹਦੇ ਤੇ ਇਹੀ ਕਹਾਂਗਾ ਕਿ ਇਸ ਮਾਮਲੇ ਦਾ ਜਿਹੜਾ ਕਾਨੂੰਨੀ ਪੱਖ ਹੈ, ਕਾਨੂੰਨੀ ਮਾਹਰ ਹੈ, ਉਹ ਇਸ ਤੇ ਸਪਸ਼ਟ ਕਰਨ ਕਿ ਇਹ ਸਾਰੇ ਮਾਮਲੇ ਦੇ ਵਿੱਚ ਅਸਲੀਅਤ ਕੀ ਹੈ ਤੇ ਕੀ ਇਸ ਤੇ ਹੋਣਾ ਚਾਹੀਦਾ। ਇਹ ਸਾਡੇ ਨਾਲੋਂ ਬਿਹਤਰ ਉਹ ਦੱਸ ਸਕਦੇ ਆ। ਜੀ ਬਿਲਕੁਲ। ਤੇ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਇੰਨਾ ਹੀ। ਢਿੱਲੋਂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਤੇ ਜਾਂਦੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਅੱਜ ਨਰਿੰਦਰ ਮੋਦੀ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਹੋਵੇਗੀ। 2 ਵਜੇ ਕਿਸਾਨਾਂ ਦੇ ਨਾਲ ਗੱਲਬਾਤ ਹੋਵੇਗੀ ਤੇ ਮੀਟਿੰਗ ਦੇ ਵਿੱਚ ਬਹੁਤ ਕੁਝ ਖਾਸ ਰਹਿਣ ਵਾਲਾ ਹੈ। ਸੋ ਕੀ ਕੁਝ ਖਾਸ ਰਹੇਗਾ, ਇਹ ਸਭ ਕੁਝ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਆਪਣੇ YouTube ਤੇ Facebook ਤੇ ਨਾਲ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਪ੍ਰੋਗਰਾਮ ਵਾਰ ਸਤਵਾਰ ਦੇ ਵਿੱਚ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।